एक बन्ने तुसीं इहो ਜਿਹੇ ਗਾਇਕ ਨੂੰ ਝਮਲਾਇਆ ਹੋਇਆ, AK-47 ਦੀ ਟ੍ਰੇਨਿੰਗ ਦੇ ਰਹੇ ਹੋ, ਪੁਸ਼ਤਪਨਾਹੀ ਕਰ ਰਹੇ ਹੋ, DGP ਉਸ ਨੂੰ ਫੋਲੋ ਕਰਦਾ, ਉਸ ਦੀ ਪ੍ਰਸ਼ੰਸਾ ਕਰਦਾ ਹੋਵੇ। तो एडी आफत नहीं आ गई, नाले ये कोई बहुत वड्डी चीज़ नहीं कि सिद्धू मूसेवाले ने गालां कढ़तियां। ਇਹੋ ਜਿਹੇ 2900 गालां कढ़दे आ, सो परवाह की गल नहीं, गल है कि असूलों ते डटे रहो। ਸ਼ਰੇਆਮ ਤੌਰ ਦੇ ਉੱਤੇ ਪੱਤਰਕਾਰ ਦਾ ਨਾਮ ਲੈ ਕੇ ਉਹ ਵੀ ਸਰੀ ਦੇ ਤੇ ਉਹਨਾਂ ਨੂੰ ਜੋ ਅਬਿਊਜ਼ਿਵ ਜੋ ਸਿੱਧੀ ਤੌਰ ਤੇ ਗਾਲ ਕਹਿ ਲਓ ਤਾਂ ਕੱਢੀ ਗਈ ਹੈਗੀ ਹੈ। ਉਸ ਨੂੰ ਮਾਫੀ ਮੰਗਣੀ ਚਾਹੀਦੀ ਹੈ। ਉਸ ਵਿੱਚੋਂ ਸਟੇਟ ਦੀ ਪਾਵਰ ਵੀ ਬੋਲ ਰਹੀ ਹੈ, ਕਿਉਂਕਿ ਉਸ ਨੂੰ ਗਰੂਰ ਇਸ ਗੱਲ ਦਾ ਕਿ ਮੇਰੇ ਮਗਰ ਸਰਕਾਰ ਖੜੀ ਹੈ, ਪੰਜਾਬ ਪੁਲਿਸ ਖੜੀ ਹੈ। ਉਹਨਾਂ ਦੀ ਥਾਂ ਤੇ ਇਹਨਾਂ ਨੂੰ ਇੱਕ ਛੋਟਾ ਜਿਹਾ ਜਿਹੜਾ FIR ਦਰਜ ਕਰਕੇ ਕਿ ਕਰਫਿਊ ਦੀ ਉਲੰਘਣਾ ਕੀਤੀ ਹੈ ਜੋ ਕਿ ਗਲਤ ਹੈ ਵਗੈਰਾ ਵਗੈਰਾ, ਉਹਨਾਂ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਆਇਆ ਸੀਗਾ ਕਿ ਕੀ ਕੌਣ ਨਾਮ ਲੈ ਰਿਹਾ, ਕਿਹੜੇ ਪੱਤਰਕਾਰ ਦਾ ਨਾਮ ਲੈ ਕੇ ਹੀ ਗੱਲ ਕੀਤੀ ਜਾ ਰਹੀ ਹੈ। ਸੋ ਹੁਣ ਤੁਸੀਂ ਜਿੱਦਾਂ ਕਿ ਸੋਹਤਰ ਜੀ ਦਾ ਨਾਮ ਲਿਆ ਹੈਗਾ ਆ, ਸਿੱਧੂ ਮੂਸੇਵਾਲਾ ਵਰਗੇ ਸ਼ਾਇਦ ਉਦੋਂ ਜੰਮੇ ਵੀ ਨਹੀਂ ਜਦੋਂ ਦੇ ਸਰੀ ਦੇ ਵਿੱਚ ਜਾਂ ਓਵਰਆਲ ਮੀਡੀਆ ਦੇ ਵਿੱਚ ਬਹੁਤ ਸਾਰੇ ਲੋਕ ਕੰਮ ਕਰ ਰਹੇ ਨੇ। ਸਾਨੂੰ ਵੀ ਪੱਤਰਕਾਰ ਭਾਈਚਾਰੇ ਨੂੰ ਵੀ ਤੇ ਸਰਕਾਰਾਂ ਨੂੰ ਵੀ ਇਹੋ ਜਿਹੀਆਂ ਚੀਜ਼ਾਂ ਦੇ ਖਿਲਾਫ ਜਿਹੜਾ ਐਕਸ਼ਨ ਜ਼ਰੂਰ ਲੈਣਾ ਚਾਹੀਦਾ ਹੈਗਾ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ, ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਇੱਕ ਚੰਗੇ ਸਮਾਜ ਦੀ ਸਿਰਜਣਾ ਦੇ ਵਿੱਚ ਇੱਕ ਮੀਡੀਆ ਦਾ ਰੋਲ ਬਹੁਤ ਵਧੀਆ ਰਿਹਾ, ਅਹਿਮ ਰੋਲ ਰਿਹਾ ਤੇ ਅੱਗੇ ਵੀ ਜਿਹੜਾ ਅਹਿਮ ਰੋਲ ਰਹਿੰਦਾ ਰਹੇਗਾ। ਤੇ ਅੱਜ ਮੀਡੀਆ ਦੀ ਆਜ਼ਾਦੀ ਨੂੰ ਲੈ ਕੇ ਜਦੋਂ ਸਵਾਲ ਕੀਤੇ ਜਾਂਦੇ ਨੇ ਤਾਂ ਕਈ ਵਾਰ ਕੁਐਸਚਨ ਮਾਰਕ ਲੱਗ ਜਾਂਦਾ ਹੈ ਕਿ ਮੀਡੀਆ ਦੇ ਵਿੱਚ ਬੋਲਣ ਦੀ ਆਜ਼ਾਦੀ ਹੈ। ਜੇ ਅਸੀਂ ਬੋਲਦੇ ਹਾਂ ਤਾਂ ਬਹੁਤ ਚੀਜ਼ਾਂ ਸਾਡੇ ਸਾਹਮਣੇ ਆ ਜਾਂਦੀਆਂ ਨੇ ਤੇ ਪੱਤਰਕਾਰ ਮੀਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦਾ, ਕਿਉਂਕਿ ਇੱਕ ਪੱਤਰਕਾਰ ਦੇ ਵੱਲੋਂ ਜੋ ਖਬਰ ਦਿੱਤੀ ਜਾਂਦੀ ਹੈ, ਸੱਚ ਦਾ ਆਇਨਾ ਦਿਖਾਇਆ ਜਾਂਦਾ ਲੋਕਾਂ ਨੂੰ। ਸੋ ਪੱਤਰਕਾਰਾਂ ਦੇ ਵਿਰੁੱਧ ਕੋਈ ਵੀ ਜਾਤੀ ਜਿਹੜੀ ਉਹ ਬਰਦਾਸ਼ਤ ਨਹੀਂ ਕੀਤੀ ਜਾਂਦੀ। ਸੋ ਅੱਜ ਪੱਤਰਕਾਰਾਂ ਦੀ ਦੁਨੀਆ ਦੇ ਵਿੱਚ ਇੱਕ ਬੁਲੰਦ ਆਵਾਜ਼ ਮੇਰੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਦਾ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਮੇਰੇ ਨਾਲ ਨੇ ਪ੍ਰੋਫੈਸਰ ਗੁਰਵਿੰਦਰ ਸਿੰਘ ਧਾਲੀਵਾਲ ਜੀ। ਸੋ ਉਹਨਾਂ ਦੇ ਨਾਲ ਅੱਜ ਦਾ ਜੋ ਚਰਚਿਤ ਮੁੱਦਾ ਬਣਿਆ ਹੋਇਆ ਹੈ, ਇੱਕ ਨਾਮਵਰ ਗਾਇਕ ਦੇ ਵੱਲੋਂ ਜੋ ਇੱਕ ਪੱਤਰਕਾਰਾਂ ਨੂੰ ਭੱਦੀ ਸ਼ਬਦਾਵਲੀ ਵਰਤੀ ਗਈ ਹੈ, ਉਹਦੇ ਬਾਰੇ ਕੀ ਇਹਨਾਂ ਦੇ ਵਿਚਾਰ ਨੇ, ਆਓ ਜਾਣਦੇ ਹਾਂ। ਸੋ ਗੁਰਵਿੰਦਰ ਧਾਲੀਵਾਲ ਜੀ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਅਰਸ਼ਦੀਪ ਕੌਰ, ਤੁਹਾਡਾ ਤੇ ਤੁਹਾਡੇ ਚੈਨਲ ਦਾ ਸਾਰੇ ਦਰਸ਼ਕਾਂ ਦਾ ਹਾਰਦਿਕ ਧੰਨਵਾਦ ਜੀ। ਬਿਲਕੁਲ ਪ੍ਰੋਫੈਸਰ ਧਾਲੀਵਾਲ, ਤੇ ਅਸੀਂ ਜਿਵੇਂ ਸਟਾਰਟਿੰਗ ਦੇ ਵਿੱਚ ਹੀ ਗੱਲ ਕੀਤੀ, ਇੱਕ ਨਾਮਵਰ ਗਾਇਕ ਸਿੱਧੂ ਮੂਸੇਵਾਲਾ, ਅਸੀਂ ਜੇ ਉਹਨਾਂ ਦਾ ਨਾਮ ਵੀ ਲੈ ਲਈਏ ਤਾਂ ਕੋਈ ਇਹ ਕਹਿ ਨਹੀਂ ਸਕਦੇ ਕਿ ਅਸੀਂ ਗਲਤ ਕਹਿ ਰਹੇ ਹੈਗੇ ਹਾਂ। ਸੋ ਸਾਰੀ ਥਾਂ ਤੇ ਅਧਿਕਾਰਿਕ ਤੌਰ ਤੇ ਕਿਹਾ ਗਿਆ ਹੈਗਾ ਆ ਕਿ ਪੱਤਰਕਾਰਾਂ ਨੂੰ ਉਹਨਾਂ ਨੇ, ਚਾਹੇ ਉਹ ਪੱਤਰਕਾਰ ਹੈ ਚਾਹੇ ਉਹਨਾਂ ਦਾ ਅਖਾੜਾ ਹੀ ਲਾਈਵ ਸ਼ੋਅ ਹੀ ਲਾ ਲਈਏ, ਉਹਦੇ ਵਿੱਚ ਵੀ ਸ਼ਬਦਾਵਲੀ ਵਰਤੀ ਜਾਂਦੀ ਰਹੀ ਹੈ। ਪਰ ਹੁਣ ਸ਼ਰੇਆਮ ਤੌਰ ਦੇ ਉੱਤੇ ਪੱਤਰਕਾਰ ਦਾ ਨਾਮ ਲੈ ਕੇ ਉਹ ਵੀ ਸਰੀ ਦੇ ਤੇ ਉਹਨਾਂ ਨੂੰ ਜੋ ਅਬਿਊਜ਼ਿਵ ਜੋ ਸਿੱਧੀ ਤੌਰ ਤੇ ਗਾਲ ਕਹਿ ਲਓ ਤਾਂ ਕੱਢੀ ਗਈ ਹੈਗੀ ਹੈ। ਸੋ ਉਹਦੇ ਲਈ ਤੁਹਾਡੇ ਕੀ ਵਿਚਾਰ ਰੱਖਦੇ ਨੇ ਉਸ ਗੱਲ ਤੋਂ? ਦਰਅਸਲ ਜਿਹੜਾ ਮੀਡੀਆ ਦੀ ਜਿਹੜੀ ਸਾਰਿਆਂ ਤੋਂ ਵੱਡੀ ਗੱਲ ਹੁੰਦੀ ਹੈ ਕਿ ਪਹਿਲਾਂ ਖੁਦ ਜ਼ਿੰਮੇਵਾਰੀ ਤੇ ਫਿਰ ਅਸੀਂ ਦੂਸਰਿਆਂ ਤੋਂ ਵੀ ਤਵੱਕੂ ਕਰਦੇ ਹਾਂ ਜ਼ਿੰਮੇਵਾਰੀ ਦੀ। ਜਿੱਥੋਂ ਤੱਕ ਇਹ ਚਰਚਿਤ ਗਾਇਕ ਜਿਸ ਦੀ ਤੁਸੀਂ ਗੱਲ ਕੀਤੀ, ਸਿੱਧੂ ਮੂਸੇਵਾਲਾ ਦੀ ਗੱਲ ਕਰੀਏ, ਇਹ ਬਹੁਤ ਚਿਰ ਤੋਂ ਇਸ ਤਰ੍ਹਾਂ ਦੇ ਵਾਦ ਵਿਵਾਦ ਦੇ ਵਿੱਚ ਘਿਰੇ ਹੋਣ ਦੇ ਕਾਰਨ, ਸੁਰਖੀਆਂ 'ਚ ਰਹਿਣ ਦੇ ਕਾਰਨ ਲੋਕਾਂ ਦੇ ਵਿੱਚ ਨਾ ਚੱਲਦਾ ਰਿਹਾ। ਠੀਕ ਹੈ ਕਿ ਉਹਨਾਂ ਦੇ ਪ੍ਰਸ਼ੰਸਕ ਵੀ ਨੇ, ਵਿਰੋਧੀ ਵੀ ਨੇ, ਹਰ ਕਲਾਕਾਰ ਦੇ ਹੁੰਦੇ ਨੇ। ਤੇ ਉਸ ਤੋਂ ਵੱਡੀ ਗੱਲ ਜਿਹੜੀ ਇਹ ਹੈ ਕਿ ਆਪਣੇ ਆਪ ਤੇ ਕਾਬੂ ਨਾ ਰੱਖਣਾ ਆਪਣੀ ਜ਼ੁਬਾਨ ਤੇ, ਜਾਂ ਜਿਹੜੇ ਗੀਤ ਵੀ ਗਾਉਣੇ, ਉਹਨਾਂ ਗੀਤਾਂ ਨੂੰ ਲੈ ਕੇ ਲਗਾਤਾਰ ਕੋਈ ਨਾ ਕੋਈ ਐਸਾ ਉਹਨਾਂ ਦੇ ਵਿੱਚ ਕੋਈ ਪੁਆਇੰਟ ਹੋਣਾ ਜਿਹਦੇ ਇੱਕ ਵਿਵਾਦ ਖੜੇ ਹੁੰਦੇ ਨੇ, ਚਾਹੇ ਉਹ ਮਸਲੇ ਅਲੱਗ-ਅਲੱਗ ਗੀਤਾਂ ਦੇ ਆ ਜਿਨ੍ਹਾਂ ਨੂੰ ਲੈ ਕੇ ਪਹਿਲਾਂ ਉਹਨਾਂ ਦੀ ਚਰਚਾ ਚੱਲੀ, ਜਿਨ੍ਹਾਂ 'ਚ ਮਾਈ ਭਾਗੋ ਦੇ ਬਾਰੇ, ਜਾਂ ਉਸ ਤੋਂ ਪਹਿਲਾਂ ਹਥਿਆਰਾਂ ਦੇ ਬਾਰੇ ਟੁਪਾਕ ਵਰਗੇ ਜਿਹੜੇ ਐਸੇ ਕਲਾਕਾਰ ਹੋਏ ਨੇ ਸਾਡੇ ਕੋਲ, ਜਿਹੜੇ ਸਿਆਹ ਭਾਈਚਾਰੇ ਦੇ ਵਿੱਚੋਂ ਹੋ ਕੇ ਲੋਕਾਂ ਦੀ ਆਵਾਜ਼ ਬਣਦੇ ਰਹੇ, ਹਕੂਮਤਾਂ ਦੇ ਅੱਗੇ ਸੀਨਾ ਢਾਹ ਕੇ ਗਾਉਂਦੇ ਰਹੇ। ਪਰ ਹਕੂਮਤਾਂ ਦੇ ਨਾਲ ਝੁਕ ਵੀ ਜਾਣਾ, ਆਪਣੇ ਆਪ ਨੂੰ ਉਹਨਾਂ ਨੂੰ ਸਮਰਪਿਤ ਵੀ ਕਰ ਦੇਣਾ ਤੇ ਗੱਲਾਂ ਵੱਡੀਆਂ ਕਰਨੀਆਂ, ਇਹ ਹੋਛਾਪਣ ਹੁੰਦਾ। ਇਸ ਤੋਂ ਬਚਿਆ ਜਾਣਾ ਚਾਹੀਦਾ। ਤੇ ਸਾਰਿਆਂ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਕਲਾਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਕਲਾਕਾਰ ਸਮਾਜ ਨੂੰ ਵਧੀਆ ਬਣਾਉਂਦੇ ਨੇ। ਕਲਾਕਾਰ ਸਾਡੇ ਰੋਲ ਮਾਡਲ ਨਹੀਂ, ਸਾਡੇ ਰੋਲ ਮਾਡਲ ਤਾਂ ਉਹ ਨੇ ਜਿਨ੍ਹਾਂ ਨੇ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਅਸੀਂ ਇਹ ਨਹੀਂ ਆਸ ਕਰਦੇ, ਸਾਡੀ ਗਲਤੀ ਵੀ ਇੱਥੋਂ ਹੁੰਦੀ ਹੈ ਜਦੋਂ ਅਸੀਂ ਕਲਾਕਾਰ ਨੂੰ ਕਈ ਵਾਰੀ ਰੋਲ ਮਾਡਲ ਮੰਨਣ ਲੱਗਦੇ ਨੇ। ਉਹ ਗਾਇਕ ਆ, ਮਨੋਰੰਜਨ ਕਰਦੇ ਨੇ, ਪਰ ਮਨੋਰੰਜਨ ਦਾ ਵੀ ਇੱਕ ਜ਼ਾਬਤਾ ਹੁੰਦਾ ਹੈ, ਇੱਕ ਦਾਇਰਾ ਹੁੰਦਾ। ਸਾਡੇ ਜੇ ਰੋਲ ਮਾਡਲ ਦੇਖੀਏ ਤਾਂ ਉਹ ਨਹੀਂ ਜਿਨ੍ਹਾਂ ਨੇ ਜਾਨਾਂ ਕੁਰਬਾਨ ਕਰਕੇ, ਜਾਂ ਜਿਨ੍ਹਾਂ ਨੇ ਸਮਾਜ ਨੂੰ ਸਿਰਜਣ ਲਈ, ਜਿਨ੍ਹਾਂ ਨੇ ਕੋਈ ਐਸੀ ਸੋਚ ਦਿੱਤੀ ਜਿਹੜੀ ਸੋਚ ਸਾਡੇ ਇਸ ਬਾਗ ਨੂੰ ਖੂਬਸੂਰਤ ਕਰਦੀ ਹੈ। ਸੋ ਸਿੱਧੂ ਮੂਸੇਵਾਲਾ ਦੀਆਂ ਇਹ ਘਟਨਾਵਾਂ ਲਗਾਤਾਰ ਵਿਵਾਦ ਦੇ ਵਿੱਚ ਰਹੀਆਂ। ਪਿੱਛੇ ਜੇ ਉਹਨਾਂ ਨੇ ਇੱਕ ਹੋਰ ਜਿਹੜੀ
ਐਸੀ ਕਾਰਵਾਈ ਕੀਤੀ ਜਿਹੜੀ ਕਿ ਬਹੁਤ ਇਤਰਾਜ਼ਯੋਗ ਸੀ। ਉਹ ਇਹ ਸੀ ਕਿ ਜਿਹੜੇ ਪਾਬੰਦੀਸ਼ੁਦਾ ਹਥਿਆਰ ਆ ਉਹਨਾਂ ਨੂੰ ਲੈ ਕੇ ਈਵਨ ਪੁਲਿਸ ਦੇ ਕਹਿੰਦੇ ਕਹਾਉਂਦੇ ਵੱਡੇ ਆਫੀਸਰ, ਉਹਨਾਂ ਦੇ ਸਹਾਇਕ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਨੇ। ਇੱਕ ਪਾਸੇ ਕੋਵਿਡ-19 ਦਾ ਮਾਹੌਲ ਹੈ, ਕਰੋਨਾ ਵਾਇਰਸ ਹੈ, ਦੂਸਰੇ ਪਾਸੇ ਉਹ ਜਿਹੜੇ ਹਥਿਆਰ ਜਿਨ੍ਹਾਂ 'ਤੇ ਆਮ ਜੇਕਰ ਕੋਈ ਵਿਅਕਤੀ ਹੋਵੇ ਜਾਂ ਜੇ ਅਸੀਂ ਦੇਖੀਏ ਲੰਮੇ ਸਮੇਂ ਤੋਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਸ਼ਖਸੀਅਤਾਂ ਜਿਨ੍ਹਾਂ 'ਤੇ ਕੇਸ ਬਣਾਏ ਗਏ ਨੇ, ਹਥਿਆਰਾਂ ਦੇ ਅਸਲੇ ਦੇ ਕੇਸ ਪਾ ਕੇ 10-10 ਸਾਲ ਤੱਕ ਜੇਲ੍ਹ 'ਚ ਸੁੱਟ ਦਿੱਤਾ ਜਾਂਦਾ, ਉਹਨਾਂ ਦੀ ਥਾਂ 'ਤੇ ਇਹਨਾਂ ਨੂੰ ਇੱਕ ਛੋਟਾ ਜਿਹਾ ਜਿਹੜਾ FIR ਦਰਜ ਕਰਕੇ ਕਿ ਕਰਫਿਊ ਦੀ ਉਲੰਘਣਾ ਕੀਤੀ ਹੈ ਜੋ ਕਿ ਗਲਤ ਹੈ ਵਗੈਰਾ ਵਗੈਰਾ, ਉਹਨਾਂ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਿਉਂਕਿ ਇਹਨਾਂ ਦੀ ਜਿਹੜੀ ਟਵੀਟ ਹੈ ਉਹਦੇ ਵਿੱਚ DGP ਪੰਜਾਬ ਦੇ ਅਹਿਮ ਆਲਾ ਦਰਜੇ ਦੇ ਆਫੀਸਰ ਵੀ ਉਹ ਵੀ ਨਾਲੋਂ ਨਾਲ ਹੁੰਦੇ ਨੇ। ਸੋ ਪੰਜਾਬੀ 'ਚ ਇੱਕ ਅਖਾਣ ਹੈ ਕਿ ਇੱਕ ਰੱਖਿਅਕ ਹੋਵੇ ਤੇ ਇੱਕ ਵਾਚ ਡੌਗ ਹੋਵੇ, ਜਦੋਂ ਮਿਲ ਜਾਂਦੇ ਚੋਰ ਤੇ ਕੁੱਤੀ ਦੇ ਰਲਣ ਦੀ ਜਿਹੜੀ ਹੈ ਖਤਰਨਾਕ ਦੌਰ ਦੀ ਸਥਿਤੀ ਬਣਦੀ ਹੈ, ਕਿਉਂਕਿ ਅਸੀਂ ਇਹਨਾਂ ਮਾਮਲਿਆਂ 'ਚ ਦੇਖ ਰਹੇ ਹਾਂ। ਪੱਤਰਕਾਰ ਨੇ ਸੁਭਾਵਿਕ ਹੀ ਹੈ ਕਿ ਕੋਈ ਟਿੱਪਣੀ ਕਰਨੀ ਹੁੰਦੀ ਹੈ ਜਿਹੜੀ ਗਲਤ ਚੀਜ਼ ਹੈ, ਪਰ ਉਸ ਟਿੱਪਣੀ ਦਾ ਉੱਤਰ ਗਾਲਾਂ ਦੇ ਵਿੱਚ ਦੇਣਾ ਜਾਂ ਉਸ ਨੂੰ ਨਿਸ਼ਾਨਾ ਬਣਾਉਣਾ ਜਾਂ ਉਸ 'ਤੇ ਐਸੇ ਸ਼ਬਦ ਬੋਲਣੇ ਜਿਹੜੇ ਕਿ ਇਹ ਕਹਿਣੇ ਕਿ ਸਾਡੇ ਸਿਰ ਤੋਂ ਰੋਟੀ ਖਾ ਰਹੇ ਆ, ਇਹ ਤਾਂ ਸਿੱਧੂ ਮੂਸੇਵਾਲਾ ਵਰਗੇ ਸ਼ਾਇਦ ਉਦੋਂ ਜੰਮੇ ਵੀ ਨਹੀਂ ਜਦੋਂ ਦੇ ਸਰੀ ਦੇ ਵਿੱਚ ਜਾਂ ਓਵਰਆਲ ਮੀਡੀਆ ਦੇ ਵਿੱਚ ਬਹੁਤ ਸਾਰੇ ਲੋਕ ਕੰਮ ਕਰ ਰਹੇ ਨੇ। ਸੋ ਸਾਡਾ ਕੋਈ ਨਿੱਜੀ ਇਹੋ ਜਿਹੇ ਵਿਅਕਤੀਆਂ ਨਾਲ ਨਾ ਮਿੱਤਰਤਾ ਨਾ ਵਿਰੋਧਤਾ। ਅਸੀਂ ਇੱਕ ਅਸੂਲਨ ਤੌਰ 'ਤੇ ਕਹਿੰਦੇ ਹਾਂ ਕਿ ਜੇਕਰ ਉਹਨਾਂ ਨੂੰ ਕੋਈ ਇਤਰਾਜ਼ ਹੈ ਕਿਸੇ ਦੀ ਪੱਤਰਕਾਰੀ 'ਤੇ ਤਾਂ ਬਾਕਾਇਦਾ ਤੌਰ 'ਤੇ ਆਪਣਾ ਮੀਡੀਆ 'ਚ ਆ ਕੇ ਪੱਖ ਦੱਸਣ ਪੇਸ਼ ਕਰਨਾ ਚਾਹੀਦਾ। ਪਰ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਵਰਤਣੀ ਨਿੰਦਾਜਨਕ ਹੈ ਅਤੇ ਬਜ਼ਾਤੇ ਖੁਦ ਪਿਛਲੇ 2 ਦਹਾਕਿਆਂ ਤੋਂ ਮੀਡੀਆ 'ਚ ਹੋਣ ਦੇ ਨਾਤੇ, ਇਸ ਮੀਡੀਆ ਦੇ ਵਿੱਚ ਰਿਸਰਚ ਖੇਤਰ ਦੇ ਨਾਲ ਜੁੜੇ ਹੋਣ ਦੇ ਨਾਤੇ ਮੈਂ ਇਸ ਦੀ ਨਿਖੇਧੀ ਕਰਦਾ। ਬਿਲਕੁਲ, ਇੱਕ ਪਾਸੇ ਜਿੱਥੇ ਸਿੱਧੂ ਮੂਸੇਵਾਲੇ ਦੇ ਵੱਲੋਂ ਇਦਾਂ ਦਾ ਕੁਝ ਕੀਤਾ ਜਾ ਰਿਹਾ, ਦੂਜੇ ਪਾਸੇ ਰਣਜੀਤ ਬਾਵਾ ਦੀ ਜੇ ਗੱਲ ਕਰ ਲਈ, ਉਹਨਾਂ ਦਾ ਵੀ ਇੱਕ ਗਾਣਾ ਆਇਆ ਹੈਗਾ ਆ, ਸੋ ਉਹਨਾਂ 'ਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ ਹੈਗਾ ਆ ਕਿ ਉਹਨਾਂ ਨੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਦੋਨਾਂ ਦੀਆਂ ਸ਼ਬਦਾਵਲੀਆਂ ਦੇ ਵਿੱਚ ਜੇ ਉੱਥੇ ਪਰਚਾ ਹੋ ਸਕਦਾ ਤਾਂ ਉੱਥੇ ਵੀ ਹੋ ਸਕਦਾ, ਉੱਥੇ ਵੀ ਐਕਸ਼ਨ ਲਿਆ ਜਾਣਾ ਜ਼ਰੂਰੀ ਹੈ? ਬੜੀ ਅਹਿਮ ਗੱਲ ਹੈ ਜੀ। ਦੇਖੋ ਸਥਿਤੀ ਦੇਖੋ ਕਿ ਇੱਕ ਪਾਸੇ ਤਾਂ ਇਹ ਹੈ ਕਿ ਅਸਲੇ ਦਾ ਕੇਸ ਪਾਉਣ ਦੀ ਥਾਂ 'ਤੇ ਇੱਕ ਛੋਟੀ ਜਿਹੀ FIR, ਹਾਲਾਂਕਿ ਉਸ ਨੇ ਪਹਿਲਾਂ ਕਿੰਨੇ ਵਿਵਾਦਿਤ ਗੀਤ ਗਾਏ ਆ, ਉਹਨਾਂ 'ਤੇ ਕੋਈ ਵੱਡੀ ਕਾਰਵਾਈ ਨਹੀਂ ਹੋਈ ਅਤੇ ਉਸ ਤੋਂ ਮਗਰੋਂ ਕੀ ਹੋਇਆ ਕਿ ਉਹਦਾ ਹੌਸਲਾ ਵੱਧਦਾ ਗਿਆ। ਦੂਸਰੇ ਪਾਸੇ ਇੱਕ ਜਿਸ ਕਲਾਕਾਰ ਦੀ ਤੁਸੀਂ ਗੱਲ ਕੀਤੀ ਰਣਜੀਤ ਬਾਵਾ ਦੀ, ਦਿਲਚਸਪ ਗੱਲ ਹੈ ਕਿ ਇਸ ਵੇਲੇ ਕਰੋਨਾ ਦੇ ਵਾਸਤੇ ਡਾਕਟਰ ਸੜਕਾਂ 'ਤੇ ਨੇ, ਡਾਕਟਰ ਹਸਪਤਾਲਾਂ 'ਚ ਨੇ, ਕਿੰਨਾ ਕੁਛ ਜਾਨ ਜੋਖਮ 'ਤੇ ਸੁੱਟ ਕੇ ਆਪਣੇ ਆਪ ਨੂੰ ਫਰੰਟ ਲਾਈਨਰ ਜਿਹੜੇ ਕੰਮ ਕਰ ਰਹੇ ਨੇ। ਉਸ ਵੇਲੇ ਇੱਕ ਰਣਜੀਤ ਨੇ ਜਿਹੜੀ ਗੱਲ ਕੀਤੀ ਹੈ ਉਹ ਗੱਲ ਕੋਈ ਅਚੰਭੇ ਵਾਲੀ ਗੱਲ ਨਹੀਂ, ਸੁਭਾਵਿਕ ਹੀ ਹੈ। ਹਰ ਕੋਈ ਸੋਚਦਾ ਕਿ ਯਾਰ ਐਡੀਆਂ ਦਵਾਈਆਂ, ਐਡੀ ਖੋਜ, ਐਡੀ ਸਾਇੰਸ, ਜੇ ਤੁਸੀਂ ਗਾਂ ਦੇ ਪਿਸ਼ਾਬ ਨੂੰ ਪੀ ਕੇ ਇਲਾਜ ਕਰਨ ਦੀ ਗੱਲ ਕਰਦੇ ਹੋ ਤਾਂ ਪਹਿਲਾਂ ਪ੍ਰੂਵ ਕਰੋ, ਤੁਸੀਂ ਇਹ ਸਾਬਤ ਤਾਂ ਕਰੋ ਕਿ ਕਰੋਨਾ ਜਿਹੜੀ ਆ ਇਹ ਇਸ ਦੇ ਨਾਲ ਹਟ ਸਕਦਾ, ਇਹ ਰੋਗ ਠੀਕ ਹੋ ਸਕਦਾ, ਵਾਇਰਸ ਨਹੀਂ ਹੋ ਸਕਦਾ। ਅਤੇ ਤੁਸੀਂ ਇਸ ਨੂੰ ਇੱਕ ਆਪ ਹੁੰਗਾਰਾ ਦਿੰਦੇ ਹੋ, ਬਲਕਿ ਜਿਨ੍ਹਾਂ ਨੇ FIR ਦਰਜ ਕੀਤੀ ਹੈ ਮੂਰਖਤਾ ਭਰੀ ਕਾਰਵਾਈ ਹੈ। ਇੱਕ ਵਿਗਿਆਨਕ ਸੋਚ ਇਹ ਮੰਗ ਕਰਦੀ ਹੈ ਕਿ ਸਹੀ ਗੱਲ ਹੈ, ਇਹ ਗਾਂ ਦਾ ਪਿਸ਼ਾਬ ਤੁਸੀਂ ਵਰਤਦੇ ਹੋ, ਕੋਈ ਜਮ ਪੀਵੇ ਪਿਸ਼ਾਬ ਗੋਹਾ, ਜੋ ਉਹਨਾਂ ਦੀ ਮਰਜ਼ੀ ਹੈ, ਸਾਡਾ ਕੋਈ ਲੈਣਾ ਦੇਣਾ ਨਹੀਂ। ਪਰ ਸਾਡਾ ਮਕਸਦ ਤਾਂ ਇੱਕ ਹੈ ਵਿਗਿਆਨਕ ਸੋਚ ਦੀ। ਇਸ ਗੱਲ ਦੇ ਵਿੱਚ ਰਣਜੀਤ ਬਾਵਾ ਦੇ ਉੱਪਰ ਤਾਂ ਪਰਚਾ ਦਰਜ ਹੋ ਗਿਆ, ਉਹਦੇ 'ਤੇ ਕਾਰਵਾਈ, ਉਹਨੂੰ ਤਾਂ ਮਾਫੀ ਮੰਗਾਉਣ ਤੱਕ ਦੀਆਂ ਨੌਬਤਾਂ ਸਾਰਾ ਕੁਝ ਚੱਲ ਰਿਹਾ, ਪਰ ਸਿੱਧੂ ਮੂਸੇਵਾਲਾ ਲਗਾਤਾਰ ਉਹਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਸੋ ਇਹ ਦੋਹਰੇ ਮਾਪਦੰਡ ਕਿਉਂ? ਹਾਲਾਂਕਿ ਜੇ ਉਹ ਭਾਵਨਾਵਾਂ ਭੜਕਾਉਂਦਾ ਹੈ ਤਾਂ ਉਹ ਗਲਤ ਹੈ, ਪਰ ਇਹ ਭਾਵਨਾ ਭੜਕਦੀ ਇਸ ਕਰਕੇ ਹੈ ਕਿ ਉਹਨਾਂ ਇਹ ਕਿਹਾ ਕਿ ਇਹ ਕਰੋਨਾ ਦੇ ਮੁਤਲਕ ਜਦੋਂ ਗੱਲ ਕਰਦੇ ਤੇ ਗਾਂ ਦੇ ਪਿਸ਼ਾਬ ਪੀਣ ਤੋਂ ਰੋਕਣ ਦੀ ਗੱਲ ਕੀਤੀ ਹੈ। ਉਹਨੇ ਤਾਂ ਗੀਤ ਦੇ ਵਿੱਚ ਹੋਰ ਕੋਈ ਵੀ ਕਈ ਗੱਲਾਂ ਕੀਤੀਆਂ, ਟਿੱਪਣੀਆਂ, ਪਰ ਉਹਨਾਂ 'ਤੇ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਪਰਚੇ ਦਰਜ ਕਰਾਉਣ ਵਾਲੀ ਗੱਲ ਨਹੀਂ ਕੀਤੀ। ਸੋ ਇਸ ਮਾਮਲੇ ਦੇ ਵਿੱਚ ਇਹ ਬਿਲਕੁਲ ਦੋਹਰੇ ਮਾਪਦੰਡ ਹੈ। ਸਰਕਾਰਾਂ ਦੇ ਆਪਣੀ ਨੀਤੀ ਹੈ ਜਿਹੜੀ ਉਹ ਬਹੁਤ ਗਲਤ ਹੈ, ਅਤੇ ਅਸੀਂ ਸਮਝਦੇ ਹਾਂ ਕਿ ਇਹ ਵੀ ਇੱਕ ਗਲਤ ਰੁਖ ਹੈ ਕਿ ਇਸ ਤਰ੍ਹਾਂ ਕਲਾਕਾਰ ਨੂੰ ਡਰਾਉਣਾ, ਅਤੇ ਕਲਾਕਾਰ ਨੂੰ ਵੀ ਨਹੀਂ ਚਾਹੀਦਾ ਕਿ ਉਹ ਤੁਰੰਤ ਇਸ 'ਤੇ ਫਿਰ ਆਪਣੇ ਆਪ ਨੂੰ ਲਿਫ ਜੇ, ਮਾਫੀ ਮੰਗੇ। ਜੇ ਉਹ ਗਲਤ ਨਹੀਂ ਤਾਂ ਉਹਨੂੰ ਖੜਨਾ ਵੀ ਚਾਹੀਦਾ। ਉਸ ਦੇ ਪਿੱਛੇ ਉਹਨਾਂ ਬੰਦਿਆਂ ਨੂੰ ਉਦੋਂ ਵੀ ਜ਼ਰਾ ਹੱਲਾਸ਼ੇਰੀ ਅਸੀਂ ਦਿੰਦੇ ਹਾਂ, ਵੀਰ ਸਿੰਘ ਵਰਗੇ ਜਿਹੜੇ ਗੀਤਕਾਰ ਨੇ, ਜਿਨ੍ਹਾਂ ਨੇ ਕਲਮ ਤੋਂ ਲਿਖਿਆ, FIR ਪਰਚਾ ਉਹਨਾਂ ਦੇ ਖਿਲਾਫ ਵੀ ਦਰਜ ਹੋਇਆ, ਪਰ ਉਹ ਜੁਰਤ ਵਾਲੇ ਬੰਦੇ ਨੇ। ਅਸੀਂ ਕਈ ਵਾਰੀ ਸਟੇਜਾਂ 'ਤੇ ਗਾਉਂਦੇ ਕਲਾਕਾਰ ਦੇਖਦੇ ਹਾਂ, ਉਹਨਾਂ ਦੇ ਪਿੱਛੇ ਜਿਹੜੇ ਲੋਕ ਨੇ, ਸਲੂਟ ਹੈ ਉਹਨਾਂ ਨੂੰ, ਉਹਨਾਂ ਦਾ ਨਾਂ ਵੀ ਨਹੀਂ ਆਉਂਦਾ, ਮੁਸ਼ਕਿਲਾਂ ਉਹਨਾਂ 'ਤੇ ਵੀ ਡਿੱਗਦੀਆਂ ਨੇ, ਪਰ ਬੱਲੇ ਬੱਲੇ ਕਈ ਵਾਰ ਸਟੇਜਾਂ 'ਤੇ ਗਾਉਣ ਵਾਲਿਆਂ ਦੀ ਹੁੰਦੀ ਹੈ।
ਸੋ ਉਹਨਾਂ ਦਾ ਵੀ ਸਾਥ ਦੇਣਾ ਚਾਹੀਦਾ ਹੈ। ਬਿਲਕੁਲ, ਜਿੱਥੇ ਗਲਤ ਗਾ ਰਹੇ ਨੇ ਉੱਥੇ ਗਲਤ ਲਿਖ ਰਹੇ ਨੇ, ਜਿੱਥੇ ਸਹੀ ਗਾ ਰਹੇ ਨੇ ਸਹੀ ਲਿਖ ਵੀ ਰਹੇ ਨੇ। ਸੋ ਇਹ ਹੈ ਕਿ ਇੱਕ ਜਾਣਾ ਨਹੀਂ ਗਲਤ ਕਰ ਰਿਹਾ, ਸੋ ਜੇ ਗਲਤ ਕਰ ਰਿਹਾ ਤਾਂ ਪੂਰਾ ਗਰੁੱਪ ਕਰ ਰਿਹਾ ਹੈਗਾ, ਜੇ ਗਲਤ ਕਰ ਰਿਹਾ ਪਰ ਜੋ ਬੋਲਣ ਦੀ ਗੱਲ ਆਉਂਦੀ ਹੈ, ਗਾਲਾਂ ਦੀ ਗੱਲ ਆਉਂਦੀ ਹੈ, ਤਾਂ ਉਹ ਤੁਸੀਂ ਸ਼ਰੇਆਮ ਲਾਈਵ ਹੋ ਕੇ ਜਦੋਂ ਤੁਸੀਂ ਗਾਲਾਂ ਕੱਢ ਰਹੇ ਹੈਗੇ ਆ ਜਾਂ ਇੱਕ ਗਾਣਾ ਦੇ ਥਰੂ ਗਾਲਾਂ ਕੱਢ ਰਹੇ ਨੇ ਜੋ ਕਿ ਅਸੀਂ ਸਾਰੇ ਕਹਿ ਰਹੇ ਹਾਂ ਕਿ ਗਲਤ ਹੈਗਾ, ਸੋ ਕਿਤੇ ਨਾ ਕਿਤੇ ਇਹਦਾ ਸਪਸ਼ਟੀਕਰਨ ਮੰਗਿਆ ਜਾਣਾ ਚਾਹੀਦਾ। ਬਿਲਕੁਲ ਮੰਗਿਆ ਜਾਣਾ ਚਾਹੀਦਾ, ਪਰ ਕੌਣ ਕਹੇ ਰਾਣੀ ਅੱਗੇ ਢੱਕ, ਸਪਸ਼ਟੀਕਰਨ ਮੰਗੇਗਾ ਕੌਣ? ਹਕੂਮਤਾਂ ਉਹਨਾਂ ਦਾ ਸਾਥ ਦਿੰਦੀਆਂ ਨੇ, ਉਹ ਹਕੂਮਤਾਂ ਦੇ ਪੈਰੀ ਡਿੱਗਦੇ ਨੇ। ਹਥਿਆਰਾਂ ਦੇ ਗੀਤ ਗਾ ਬਣਿਆ ਫਿਰੇ ਟੂਪਾਕ, ਹਥਿਆਰਾਂ ਦੇ ਗੀਤ ਗਾ ਬਣਿਆ ਫਿਰੇ ਟੂਪਾਕ, ਹਾਕਮ ਪੈਰੀ ਜਾ ਪਿਆ ਵੇਚ ਗਿਆ ਇਖਲਾਕ। ਇਹ ਤਾਂ ਸੋਚ ਹੈ। ਸੋ ਇਸ ਤੋਂ ਬਾਅਦ ਕੀ ਕਹਿ ਸਕਦੇ ਹਾਂ। ਬਿਲਕੁਲ ਮਿਸਟਰ ਧਾਲੀਵਾਲ, ਤੁਸੀਂ ਬਹੁਤ ਵਧੀਆ ਜਿਹੜੀ ਇੱਕ ਲਾਈਨ ਦੇ ਵਿੱਚ ਹੀ ਗੱਲ ਸਮੇਟ ਦਿੱਤੀ ਹੈਗੀ ਹੈ ਕਿ ਅਸੀਂ ਕੀ ਕਹਿ ਸਕਦੇ ਹੈਗੇ ਆ। ਜ਼ਰੂਰ ਸਾਨੂੰ ਵੀ, ਪੱਤਰਕਾਰ ਭਾਈਚਾਰੇ ਨੂੰ ਵੀ ਤੇ ਸਰਕਾਰਾਂ ਨੂੰ ਵੀ ਇਹੋ ਜਿਹੀਆਂ ਚੀਜ਼ਾਂ ਦੇ ਖਿਲਾਫ ਜਿਹੜਾ ਐਕਸ਼ਨ ਜ਼ਰੂਰ ਲੈਣਾ ਚਾਹੀਦਾ ਹੈਗਾ। ਸੋ ਕੀ ਕਹਿਣਾ ਚਾਹੁੰਦੇ ਹੈਗੇ ਆ ਜਾਂਦੇ? ਅਖੀਰ 'ਚ ਇਹੀ ਹੈ ਕਿ ਸਾਡਾ ਪਹਿਲਾਂ ਤਾਂ ਪੱਤਰਕਾਰਾਂ ਦਾ ਫਰਜ਼ ਬਣਦਾ ਅਸੀਂ ਵੀ ਬਾਕਾਇਦਾ ਜ਼ਾਬਤੇ 'ਚ ਰਹੀਏ। ਸਾਡੇ ਕੋਲ ਟੈਲੀਵਿਜ਼ਨ, ਰੇਡੀਓ, ਅਖਬਾਰ ਜੋ ਵੀ ਹੈ, ਵਿਚਾਰਾਂ ਆਪਣੀਆਂ ਜਿਹੜੀਆਂ ਆਪਣੇ ਜ਼ਾਬਤੇ 'ਚ ਕਰੀਏ, ਪਰ ਸੱਚ ਤੇ ਸਮਝੌਤਾ ਨਾ ਕਰੀਏ। ਉਹ ਸੱਚ ਦੇ ਲਈ ਜੇ ਕੋਈ ਗਾਲਾਂ ਕੱਢਦਾ ਕੱਢੇ, ਇਹ ਤਾਂ ਗਾਲਾਂ ਹੀ ਆ। ਬਹੁਤ ਸਾਰੇ ਲੋਕਾਂ ਦੇ, ਪੱਤਰਕਾਰਾਂ ਦੀਆਂ ਜਾਨਾਂ ਚਲੀਆਂ ਗਈਆਂ। ਅੱਜ ਜਦੋਂ ਮੈਂ ਗੱਲ ਕਰ ਰਿਹਾ, ਇਸ ਵੇਲੇ ਭਾਰਤ ਦੇ ਵਿੱਚ FIR ਇੱਕ ਨਹੀਂ, ਕਈਆਂ ਪੱਤਰਕਾਰਾਂ ਤੇ ਦਾਵਾਇਰ ਤੋਂ ਲੈ ਕੇ ਰਾਣੀ ਗੌਰੀ ਲੰਕੇਸ਼ ਵਰਗਿਆਂ ਦਾ ਕਤਲ ਕਰ ਦਿੱਤਾ ਗਿਆ, ਕਈਆਂ ਨੂੰ ਜਾਨਾਂ ਦੇਣੀਆਂ ਪਈਆਂ। ਸੋ ਐਡੀ ਆਫਤ ਨਹੀਂ ਆ ਗਈ। ਨਾਲੇ ਇਹ ਕੋਈ ਬਹੁਤ ਵੱਡੀ ਚੀਜ਼ ਨਹੀਂ ਕਿ ਸਿੱਧੂ ਮੂਸੇਵਾਲੇ ਨੇ ਗਾਲਾਂ ਕੱਢਤੀਆਂ। ਇਹੋ ਜਿਹੇ 2900 ਗਾਲਾਂ ਕੱਢਦੇ ਆ। ਸੋ ਪਰਵਾਹ ਦੀ ਗੱਲ ਨਹੀਂ, ਗੱਲ ਹੈ ਕਿ ਅਸੂਲਾਂ 'ਤੇ ਡਟੇ ਰਹੋ। ਹਾਂ, ਗਲਤ ਨੂੰ ਗਲਤ ਕਹਿਣਾ ਬਣਦਾ, ਅਤੇ ਪੱਤਰਕਾਰ ਭਾਈਚਾਰੇ ਨੂੰ ਆਪਣੀਆਂ ਦਾਇਰੇ, ਆਪਣੇ ਗਰੁੱਪ, ਆਪਣੀਆਂ ਵਖਰੇਵੇਂ ਛੱਡ ਕੇ, ਜਿਵੇਂ ਇਸ ਵੇਲੇ ਇਸ ਮੰਚ 'ਤੇ ਇਕੱਠੇ ਹੋਏ, ਹਮੇਸ਼ਾ ਇਕੱਠੇ ਹੋਣਾ ਚਾਹੀਦਾ। ਪਰ ਜੇਕਰ ਗੱਲ ਸਹੀ ਹੈ ਤੇ ਦੂਸਰਾ ਬੰਦਾ ਗਲਤ ਹੈ, ਪਰ ਜੇ ਪੱਤਰਕਾਰਾਂ 'ਚ ਵੀ ਸਾਡੇ ਕੋਈ ਗਲਤ ਹੈ ਤਾਂ ਸਾਡਾ ਉਦੋਂ ਵੀ ਫਰਜ਼ ਬਣਦਾ ਹੈ ਕਿ ਅਸੀਂ ਉਹਦੀ ਵੀ ਆਲੋਚਨਾ ਕਰੀਏ। ਸੋ ਤੁਹਾਡਾ ਇਸ ਮੁੱਦੇ ਨੂੰ ਲਿਆਉਣ ਲਈ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਪਰ ਪ੍ਰੋਗਰਾਮ ਇੱਥੇ ਸਮਾਪਤ ਨਹੀਂ ਹੁੰਦਾ, ਤੁਹਾਡੇ ਤੋਂ ਬਾਅਦ ਇੱਕ ਹੋਰ ਜਰਨਲਿਸਟ ਸਾਡੇ ਨਾਲ ਨੇ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਪਰ ਤੁਹਾਡਾ ਟਾਈਮ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਬਿਲਕੁਲ ਜੀ, ਰੁਕਦੇ ਹਾਂ ਕਮਰਸ਼ੀਅਲ ਬ੍ਰੇਕ ਦੇ ਲਈ ਤੇ ਬ੍ਰੇਕ ਤੋਂ ਬਾਅਦ ਇੱਕ ਹੋਰ ਪੱਤਰਕਾਰ ਸਾਡੇ ਨਾਲ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਜਾਣਨਾ ਚਾਹਾਂਗੇ ਕਿ ਉਹਨਾਂ ਦੇ ਇਸ ਮੁੱਦੇ ਤੇ ਕੀ ਵਿਚਾਰ ਨੇ। ਰੁਕਦੇ ਹਾਂ ਕਮਰਸ਼ੀਅਲ ਬ੍ਰੇਕ ਦੇ ਲਈ। ਵੈਲਕਮ ਬੈਕ ਆਫਟਰ ਅ ਸ਼ਾਰਟ ਬ੍ਰੇਕ। ਤੇ ਬ੍ਰੇਕ ਤੋਂ ਪਹਿਲਾਂ ਅਸੀਂ ਗੱਲਬਾਤ ਕੀਤੀ ਪ੍ਰੋਫੈਸਰ ਗੁਰਵਿੰਦਰ ਸਿੰਘ ਧਾਲੀਵਾਲ ਜੀ ਦੇ ਨਾਲ, ਜਿਨ੍ਹਾਂ ਨੇ ਹੁਣ ਜੋ ਮੁੱਦਾ ਚੱਲ ਰਿਹਾ ਹੈਗਾ ਉਹਦੇ ਬਾਰੇ ਆਪਣਾ ਸਪਸ਼ਟੀਕਰਨ ਦਿੱਤਾ ਕਿ ਉਹ ਕੀ ਸੋਚਦੇ ਨੇ ਜਦੋਂ ਇਹੋ ਜਿਹੀ ਚੀਜ਼ ਸਾਹਮਣੇ ਆਉਂਦੀ ਹੈ, ਖਾਸ ਕਰਕੇ ਪੱਤਰਕਾਰਾਂ ਦੇ ਬਾਰੇ, ਜਦੋਂ ਪੱਤਰਕਾਰਾਂ ਦਾ ਨਾਮ ਨਹੀਂ ਲਿਆ ਗਿਆ ਪਰ ਇੱਕ ਅਬਿਊਜ਼ਿਵ ਲੈਂਗੁਏਜ ਵਰਤੀ ਗਈ ਹੈ। ਸੋ ਹੁਣ ਬ੍ਰੇਕ ਤੋਂ ਬਾਅਦ ਮੇਰੇ ਨਾਲ ਇੱਕ ਹੋਰ ਪੱਤਰਕਾਰ ਸ਼ਾਮਿਲ ਹੋਏ ਨੇ ਕਿ ਉਹ ਉਹਨਾਂ ਦੀ ਵੀ ਬੁਲੰਦ ਆਵਾਜ਼ ਹੈਗੀ ਆ, ਹਮੇਸ਼ਾ ਸੱਚਾਈ ਦੇ ਨਾਲ ਖੜੇ ਹੁੰਦੇ ਨੇ। ਸੋ ਮੇਰੇ ਨਾਲ ਨੇ ਗੁਰਪ੍ਰੀਤ ਸਿੰਘ ਜੀ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਤੋਂ ਇਸ ਮੁੱਦੇ ਦੇ ਬਾਰੇ ਪੁੱਛਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਇਸ ਸਾਰੇ ਵਾਰਤਾਲਾਪ ਨੂੰ ਲੈ ਕੇ। ਸੋ ਗੁਰਪ੍ਰੀਤ ਜੀ, ਸਵਾਗਤ ਹੈ ਤੁਹਾਡਾ। ਅਰਸ਼ਦੀਪ ਜੀ, ਤੁਹਾਡਾ ਬਹੁਤ ਸ਼ੁਕਰੀਆ ਤੇ ਸਾਂਝਾ ਟੀਵੀ ਦਾ ਮੰਚ ਮੁਹੱਈਆ ਕਰਨ ਲਈ, ਮੌਕਾ ਦੇਣ ਲਈ। ਬਿਲਕੁਲ ਗੁਰਪ੍ਰੀਤ ਜੀ, ਜਿਵੇਂ ਅਸੀਂ ਸੁਣ ਹੀ ਰਹੇ ਹੈਗੇ ਅੱਜ ਸਵੇਰ ਦੇ ਪਹਿਲਾਂ ਦੇ ਕਿ ਜਿਹੜਾ ਹੁਣ ਇਹ ਗੱਲ ਹੋਈ ਹੈ ਸਿੱਧੂ ਮੂਸੇਵਾਲਾ ਜਿਨ੍ਹਾਂ ਨੇ ਅਬਿਊਜ਼ਿਵ ਲੈਂਗੁਏਜ ਵਰਤੀ ਹੈਗੀ ਹੈ, ਤੁਹਾਡਾ ਕੀ ਸੋਚਣਾ ਹੈਗਾ ਐਜ਼ ਅ ਜਰਨਲਿਸਟ, ਐਜ਼ ਅ ਪੱਤਰਕਾਰ? ਦੇਖੋ, ਦੋ ਤਿੰਨ ਗੱਲਾਂ ਨੇ। ਇੱਕ ਤਾਂ ਸਿੱਧੂ ਮੂਸੇਵਾਲਾ ਨੇ ਜ਼ਾਹਿਰ ਤੌਰ 'ਤੇ ਕਿਸੇ ਦਾ ਨਾਂ ਤਾਂ ਨਹੀਂ ਲਿਆ, ਪਰ ਇਟਸ ਵੈਰੀ ਓਬਵੀਅਸ, ਅਸੀਂ ਬਹੁਤ ਚਿਰ ਤੋਂ ਫੋਲੋ ਕਰ ਰਹੇ ਹਾਂ ਕਿ ਚੱਲ ਕੀ ਰਿਹਾ ਇੱਥੇ। ਤੇ ਇੱਕ ਤਾਂ ਸਾਡੇ ਜਿਹੜੇ ਆਪਣੇ ਮੀਡੀਆ ਸਾਥੀ ਨੇ, ਗੁਰਪ੍ਰੀਤ ਸਿੰਘ ਸੋਤਾ, ਉਹਨਾਂ ਵੱਲੋਂ ਉਹਨਾਂ ਦਾ ਇਸ਼ਾਰਾ, ਕਿਉਂਕਿ ਜਦੋਂ ਸਿੱਧੂ ਮੂਸੇਵਾਲਾ ਦਾ ਇੱਕ ਸ਼ੋਅ ਇੱਥੇ ਹੋਣਾ ਸੀ ਸਰੀ ਦੇ ਵਿੱਚ, ਤਾਂ ਵੇਕਅਪ ਸਰੀ ਜਿਹੜਾ ਗਰੁੱਪ ਹੈ, ਇੱਕ ਲੌਬੀ ਗਰੁੱਪ ਜਿਸ ਦੇ ਨਾਲ ਗੁਰਪ੍ਰੀਤ ਸਿੰਘ ਸੋਤਾ ਜੁੜੇ ਹੋਏ ਨੇ, ਉਹਨਾਂ ਨੇ ਪੂਰਾ ਜ਼ੋਰ ਲਾਇਆ ਸੀ ਤਾਂ ਉਹ ਸ਼ੋਅ ਕੈਂਸਲ ਹੋਇਆ ਸੀ। ਕਿਤੇ ਨਾ ਕਿਤੇ ਉਸ ਮਨ ਦੇ ਵਿੱਚ ਉਸਨੇ ਖਾਰ ਰੱਖੀ ਹੈ। ਫਿਰ ਗੁਰਪ੍ਰੀਤ ਸਿੰਘ ਸੋਤਾ ਲਗਾਤਾਰ ਉਹਨਾਂ ਦੀ ਜਿਹੜੀ ਗਾਇਕੀ ਨੂੰ ਲੈ ਕੇ ਮੁੱਦੇ ਨੂੰ ਲਗਾਤਾਰ ਕੰਸਿਸਟੈਂਟਲੀ ਲਿਖਦੇ ਆ ਰਹੇ ਆ, ਸੋਸ਼ਲ ਮੀਡੀਆ 'ਤੇ ਵੀ ਤੇ ਅਦਰਵਾਈਜ਼ ਵੀ। ਸੋ ਇਟਸ ਵੈਰੀ ਓਬਵੀਅਸ ਕਿ ਉਹਨਾਂ ਨੂੰ ਕਿਹੜ ਸੀਗੀ ਗੁਰਪ੍ਰੀਤ ਸਿੰਘ ਸੋਤਾ ਨਾਲ। ਪਰ ਜਿਹੜੀ ਸ਼ਬਦਾਵਲੀ ਵਰਤੀ ਗਈ, ਚਾਹੇ ਨਾਂ ਨਹੀਂ ਵੀ ਲਿਆ ਗਿਆ, ਮਤਲਬ ਇਟਸ ਵੈਰੀ ਓਬਵੀਅਸ ਕਿ ਕਿਹਨੂੰ ਟਾਰਗੇਟ ਕਰ ਰਹੇ, ਬਟ ਨਾਂ ਨਹੀਂ ਵੀ ਲਿਆ, ਜਿਹੜੇ ਉਹਨਾਂ ਨੇ ਗਾਲੀ ਗਲੋਚ ਕੀਤੀ ਉਸ ਨਵੇਂ ਗੀਤ ਰਾਹੀਂ, ਔਰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਨਾ ਮੇਰੇ ਸਿਰ 'ਤੇ ਮੈਨੂੰ ਗਾਲਾਂ ਕੱਢ ਕੇ ਰੋਟੀ ਇਹਨਾਂ ਦੀ ਚੱਲਦੀ ਹੈ, ਅਤਨਿੰਦਣਯੋਗ। ਕਿਉਂਕਿ ਪਹਿਲੀ ਗੱਲ, ਅਸੀਂ ਰੋਟੀ ਆਪਣੀ ਕਮਾਈ ਦੀ ਖਾ ਰਹੇ ਹਾਂ। ਕੋਈ ਇੱਥੇ ਰੋਟੀ ਇਸ ਕਰਕੇ ਨਹੀਂ ਉਹਨੂੰ ਮਿਲ ਰਹੀ ਕਿ ਉਹ ਸਿੱਧੂ ਮੂਸੇਵਾਲਾ ਦੇ ਖਿਲਾਫ ਪ੍ਰਚਾਰ ਕਰਕੇ ਉਸਨੂੰ ਕੋਈ ਉਸ ਦਾ ਤੋਰੀ ਫੁਲਕਾ ਚੱਲਦਾ ਹੋਵੇ। ਸੋ ਇਹ ਸ਼ਬਦਾਵਲੀ ਉਸ ਦੀ ਅਤਨਿੰਦਣਯੋਗ ਹੈ, ਉਸ ਨੂੰ ਮਾਫੀ ਮੰਗਣੀ ਚਾਹੀਦੀ ਹੈ। ਉਸ ਵਿੱਚ ਉਹ ਸਟੇਟ ਦੀ ਪਾਵਰ ਵੀ ਬੋਲ ਰਹੀ ਹੈ, ਕਿਉਂਕਿ ਉਸ ਨੂੰ ਗਰੂਰ ਇਸ ਗੱਲ ਦਾ ਕਿ ਮੇਰੇ ਮਗਰ ਸਰਕਾਰ ਖੜੀ ਹੈ, ਪੰਜਾਬ ਪੁਲਿਸ ਖੜੀ ਹੈ। ਸੋ ਬਹੁਤ ਦੁੱਖ ਦੀ ਗੱਲ ਹੈ ਕਿ ਇਸ ਕਿਸਮ ਦਾ ਹੌਸਲਾ ਉਹਦਾ ਖੁੱਲ੍ਹ ਗਿਆ ਔਰ ਇਸ ਲੈਵਲ 'ਤੇ ਉਹ ਆ ਗਿਆ।
ਸੋ ਅਸੀਂ ਮੈਂ ਪੰਜਾਬੀ ਪ੍ਰੈਸ ਕਲੱਬ ਦਾ ਮੀਤ ਪ੍ਰਧਾਨ ਹਾਂ। ਉਸ ਹੈਸੀਅਤ ਦੇ ਵਿੱਚ ਮੈਂ ਆਪਣੀ ਇਕਮੁੱਠਤਾ ਜ਼ਾਹਰ ਕਰਦਾ ਗੁਰਪ੍ਰੀਤ ਸਿੰਘ ਸੋਧਾ ਨਾਲ, ਔਰ ਜੇ ਕਿਤੇ ਹੋਰ ਕਿਸੇ ਪੱਤਰਕਾਰ ਨਾਲ ਵੀ ਇਸ ਤਰ੍ਹਾਂ ਹੁੰਦਾ ਅਸੀਂ ਉਸ ਦੇ ਖਿਲਾਫ ਗੱਲ ਕਰਾਂਗੇ। ਨਾਮ ਪਹਿਲਾਂ ਸਾਹਮਣੇ ਨਹੀਂ ਆਇਆ ਸੀਗਾ ਕਿ ਕੌਣ ਨਾਮ ਲੈ ਰਿਹਾ, ਕਿਹੜੇ ਪੱਤਰਕਾਰ ਦਾ ਨਾਮ ਲੈ ਕੇ ਇਹ ਗੱਲ ਕੀਤੀ ਜਾ ਰਹੀ ਹੈ। ਸੋ ਹੁਣ ਤੁਸੀਂ ਜਿੱਦਾਂ ਕਿ ਸੋਤਾ ਜੀ ਦਾ ਨਾਮ ਲਿਆ ਹੈਗਾ ਆ, ਸੋ ਉਹਨਾਂ ਦੇ ਜੇ ਉਹ ਗੱਲ ਕਰੀਏ ਤਾਂ ਉਹਨਾਂ ਨੇ 2-3 ਪੱਤਰਕਾਰ ਵੀ ਕਹੇ ਨੇ, ਜੇ ਉਹਨਾਂ ਦੇ ਵੱਲੋਂ ਨਾਮ ਨਹੀਂ ਲਿਆ ਜਾਂਦਾ, ਕੀ ਹੁਣ ਫਿਊਚਰ ਦੇ ਵਿੱਚ ਜਾ ਕੇ ਮੂਸੇਵਾਲਾ, ਸਿੱਧੂ ਮੂਸੇਵਾਲਾ, ਉਹਦੇ ਤੋਂ ਸਪਸ਼ਟੀਕਰਨ ਮੰਗਿਆ ਜਾਵੇਗਾ ਕਿ ਉਹਨਾਂ ਨੇ ਇਸੇ ਹੀ ਪੱਤਰਕਾਰ ਨੂੰ ਕਿਹਾ ਜਾਂ ਉਹਨਾਂ ਦੀ ਇੰਟੈਂਸ਼ਨਸ ਕਿਸੇ ਹੋਰ ਦੇ ਨਾਲ ਵੀ ਜੁੜੀਆਂ ਸੀ? ਸਪਸ਼ਟੀਕਰਨ ਮੰਗਿਆ ਜਾਣਾ ਜ਼ਰੂਰੀ ਹੈ ਤੁਹਾਡੇ ਮੁਤਾਬਿਕ? ਦੇਖੋ, ਸਪਸ਼ਟੀਕਰਨ ਦੇਣ ਜਾਂ ਨਾ ਦੇਣ, ਪਹਿਲੀ ਗੱਲ ਉਹ ਸ਼ਬਦਾਵਲੀ ਮਾੜੀ ਆ। ਜੇ ਫਰਜ਼ ਕੀਤਾ ਉਹ ਇਹ ਕਹਿ ਵੀ ਦਿੰਦੇ ਕਿ ਗੁਰਪ੍ਰੀਤ ਸਿੰਘ ਸੋਤੇ ਨੂੰ ਮੈਂ ਨਹੀਂ ਕਿਹਾ, ਕਿਸੇ ਹੋਰ ਨੂੰ ਤਾਂ ਕਿਹਾ ਹੀ ਹੈ ਨਾ, ਪਰ ਉਹ ਜੋ ਗੱਲਾਂ ਕਹੀਆਂ ਵਾਜਿਬ ਸੀਗੀਆਂ। ਗੱਲ ਤਾਂ ਉਸ ਦੇ ਵਾਜਬੀਅਤ ਦੀ ਵੀ ਹੈ ਨਾ, ਕਿ ਜਿਹੜੀ ਗਾਲੀ ਗਲੋਚ ਉਹਨਾਂ ਨੇ ਕੀਤੀ ਹੈ, ਜਿਸ ਤਰ੍ਹਾਂ ਦੇ ਅਲਫਾਜ਼ ਉਹਨਾਂ ਨੇ ਵਰਤੇ ਨੇ। ਬੇਸਿਕਲੀ ਤਾਂ ਸਿੱਧੂ ਮੂਸੇਵਾਲਾ ਨੂੰ ਸ਼ੀਸ਼ੇ 'ਚ ਖੜ ਕੇ ਆਪਣੇ ਆਪ ਨੂੰ ਵੇਖਣਾ ਚਾਹੀਦਾ ਕਿ ਉਹ ਕਿਸ ਕਿਸਮ ਦੀ ਗਾਇਕੀ ਲੋਕਾਂ ਨੂੰ ਦੇ ਰਿਹਾ। ਇਹ ਬੜੇ ਦੁੱਖ ਦੀ ਗੱਲ ਹੈ ਕਿ ਉਸ ਸਰਕਾਰ ਦੇ ਉੱਤੇ ਵੀ ਸਵਾਲ ਉੱਠਦੇ ਨੇ। ਇੱਕ ਬੰਨੇ ਤੁਸੀਂ ਇਹੋ ਜਿਹੇ ਗਾਇਕ ਨੂੰ ਝਮਲਾਇਆ ਹੋਇਆ, AK-47 ਦੀ ਟ੍ਰੇਨਿੰਗ ਦੇ ਰਹੇ ਹੋ, ਪੁਸ਼ਤ ਪਨਾਹੀ ਕਰ ਰਹੇ ਹੋ, DGP ਉਸ ਨੂੰ ਫੋਲੋ ਕਰਦਾ, ਉਸ ਦੀ ਪ੍ਰਸ਼ੰਸਾ ਕਰਦਾ ਹੋਵੇ। ਦੂਜੇ ਬੰਨੇ ਰਣਜੀਤ ਬਾਵਾ ਵਰਗਾ ਇੱਕ ਜਿਹੜਾ ਸੰਵੇਦਨਸ਼ੀਲ ਗਾਇਕ, ਜਿਸਨੇ ਇੱਕ ਸਮਾਜ ਦੀ ਜਿਹੜੀ ਦਰਦਨਾਕ ਜਿਹੜੀ ਸਥਿਤੀ ਹੈ ਉਸ ਨੂੰ ਬਿਆਨ ਕਰਨ ਵਾਲਾ ਇੱਕ ਗੀਤ ਗਾਇਆ। ਕੋਈ ਮਾੜੀ ਗੱਲ ਨਹੀਂ ਸੀ ਕੀਤੀ ਉਹਨੇ, ਉਹਨੂੰ ਮਾਫੀ ਮੰਗਣੀ ਪੈ ਗਈ, ਉਹਦੇ ਖਿਲਾਫ ਪਰਚਾ ਹੋ ਗਿਆ। ਉਹਨਾਂ ਤਾਕਤਾਂ ਦੇ ਦਬਾਅ ਹੇਠਾਂ ਜਿਹੜੀਆਂ ਉੱਥੇ ਕਹਿ ਸਕਦੇ ਹਾਂ ਕਿ ਧਰਮ ਦੇ ਨਾਂ 'ਤੇ ਸਿਆਸਤ ਚਲਾ ਰਹੀਆਂ ਨੇ, ਧਰਮ ਦੇ ਠੇਕੇਦਾਰ ਬਣੇ ਹੋਏ ਨੇ। ਔਰ ਸਿੱਧੂ ਮੂਸੇਵਾਲਾ ਜਿਸ ਕਿਸਮ ਦੀ ਗਾਇਕੀ ਦੇ ਥਰੂ ਜਿਸ ਕਿਸਮ ਦਾ ਐਲੀਮੈਂਟ ਤਿਆਰ ਕਰ ਰਿਹਾ, ਪਨੀਰੀ ਤਿਆਰ ਕਰ ਰਿਹਾ, ਉਸ 'ਤੇ ਕੋਈ ਕਿੰਤੂ ਪਰੰਤੂ ਨਹੀਂ ਹੋ ਰਿਹਾ। ਇਸ ਤੋਂ ਵੱਡੀ ਦੁੱਖ ਦੀ ਗੱਲ ਹੋਰ ਕਿਹੜੀ ਹੋਏਗੀ? ਇਹ ਤਾਂ ਪੰਜਾਬੀ ਜ਼ੁਬਾਨ ਨਾਲ ਵੀ ਮਤਲਬ ਇੱਕ ਤਰੀਕੇ ਨਾਲ ਮਜ਼ਾਕ ਬਣਾ ਰਹੇ ਆ, ਕਿਉਂਕਿ ਪੰਜਾਬੀ ਜ਼ੁਬਾਨ ਦੇ ਵਿੱਚ ਤੁਸੀਂ ਕੁਝ ਕਹਿੰਦੇ ਹੋ, ਚੰਗਾ ਲਿਖਦੇ ਹੋ, ਬੋਲਦੇ ਹੋ, ਤਾਂ ਪੰਜਾਬੀ ਜ਼ੁਬਾਨ ਅਮੀਰ ਹੁੰਦੀ ਹੈ। ਜੇ ਪੰਜਾਬੀ ਜ਼ੁਬਾਨ 'ਚ ਤੁਸੀਂ ਇਸ ਕਿਸਮ ਦੀ ਸ਼ਬਦਾਵਲੀ ਵਰਤੋਗੇ ਤਾਂ ਉਹ ਜ਼ੁਬਾਨ ਦਾ ਨਿਰਾਦਰ ਆ। ਸੋ ਮੈਂ ਸਮਝਦਾ ਸਭ ਦੀ ਜ਼ਿੰਮੇਵਾਰੀ ਬਣਦੀ ਪੰਜਾਬ ਸਰਕਾਰ ਦੀ ਵੀ, ਪੰਜਾਬ ਪੁਲਿਸ ਦੀ ਵੀ, ਉੱਥੋਂ ਦੇ ਬੁੱਧੀਜੀਵੀ ਜਿਹੜੇ ਬੈਠੇ ਨੇ ਉਹਨਾਂ ਦੀ ਵੀ, ਵਿਦਵਾਨਾਂ ਦੀ, ਚਿੰਤਕਾਂ ਦੀ, ਕਿ ਇਸ ਬਾਰੇ ਨਿੱਠ ਕੇ ਗੱਲ ਕਰਨ। ਇਸ ਸਥਿਤੀ ਦੇ ਉੱਤੇ ਕੀ ਐਕਸ਼ਨ ਲਿਆ ਜਾਣਾ ਚਾਹੀਦਾ ਤੁਹਾਡੇ ਮੁਤਾਬਿਕ? ਦੇਖੋ, ਐਕਸ਼ਨ ਇਸ ਵਿੱਚ ਤਾਂ ਕੋਈ ਇਸ ਤਰ੍ਹਾਂ ਤਾਂ ਨਹੀਂ ਬਣਦਾ, ਪਰ ਸਿੱਧੂ ਮੂਸੇਵਾਲਾ ਦੀ ਜਿਹੜੀ ਗਾਇਕੀ ਹੈ, ਜਿਸ ਦੇ ਜ਼ਰੀਏ ਉਹ ਜਿਸ ਕਿਸਮ ਦੀ ਉਕਸਾਹਟ ਜਾਂ ਭੜਕਾਹਟ ਪੈਦਾ ਕਰਦਾ, ਉਸ ਦੀ ਰੋਕਥਾਮ ਤੇ ਹੋਣੀ ਚਾਹੀਦੀ। ਕਿ ਰਣਜੀਤ ਸਿੰਘ ਬਾਵੇ ਦੇ ਖਿਲਾਫ ਜੇ ਪਰਚਾ ਹੋ ਸਕਦਾ ਸੰਵੇਦਨਸ਼ੀਲ ਮਸਲੇ ਨੂੰ ਹਟਾਉਣ ਲਈ। ਦੇਖੋ, ਮੈਂ ਮਿਸਾਲ ਦਿੰਦਾ ਕਿ ਭਗਤ ਸਿੰਘ ਨੇ ਆਪਣੇ ਤੌਰ 'ਤੇ ਇੱਕ ਨਿਬੰਧ ਲਿਖਿਆ ਸੀ, ਅਛੂਤ ਦਾ ਸਵਾਲ। ਉਸ ਵਿੱਚ ਉਹਨੇ ਇਹੀ ਨੁਕਤਾ ਚੁੱਕਿਆ ਸੀ ਕਿ ਇੱਕ ਪਾਸੇ ਅਸੀਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਾਂ, ਜਾਨਵਰਾਂ ਦੀ ਪੂਜਾ ਕਰਦੇ ਹਾਂ, ਅਤੇ ਦਲਿਤਾਂ ਨੂੰ ਅਸੀਂ ਇਨਸਾਨ ਨਹੀਂ ਸਮਝਦੇ। ਸੋ ਕੀ ਭਗਤ ਸਿੰਘ ਵੀ ਦੋਸ਼ੀ ਹੋ ਗਿਆ? ਫਿਰ ਤਾਂ ਭਗਤ ਸਿੰਘ ਨੂੰ ਤੁਸੀਂ ਕੌਮੀ ਨਾਇਕ ਮੰਨਦੇ ਹੋ, ਪਰਚਾ ਉਸ 'ਤੇ ਵੀ ਕਰ ਦਿਓ। ਉਹੀ ਗੱਲ ਰਣਜੀਤ ਬਾਵਾ ਆਪਣੀ ਗਾਇਕੀ ਦੇ ਵਿੱਚ ਕਹਿ ਰਿਹਾ, ਬਜਾਏ ਉਸ ਨੂੰ ਸਮਝਣ ਦੇ, ਉਸ ਦਾ ਸਤਿਕਾਰ ਕਰਨ ਦੇ, ਅਸੀਂ ਉਸ 'ਤੇ ਪਰਚਾ ਕਰ ਰਹੇ ਹਾਂ, ਜਿਹੜਾ ਕਿ ਗੱਲ ਸਹੀ ਕਰ ਰਿਹਾ, ਇਖਲਾਕੀ ਤੌਰ 'ਤੇ ਸਹੀ ਗੱਲ ਕਰਨ ਵਾਲੇ ਦੇ ਖਿਲਾਫ ਪਰਚਾ ਹੋ ਰਿਹਾ। ਅਤੇ ਜਿਹੜਾ ਗਾਇਕੀ ਦੇ ਜ਼ਰੀਏ ਉਕਸਾਹਟ ਪੈਦਾ ਕਰ ਰਿਹਾ ਹੋਵੇ, ਨਫ਼ਰਤ ਪੈਦਾ ਕਰ ਰਿਹਾ ਹੋਵੇ, ਉਹਨੂੰ ਅਸੀਂ ਪ੍ਰੋਟੈਕਟ ਕਰ ਰਹੇ ਹਾਂ। ਇਹ ਮਤਲਬ ਦੋਹਰੇ ਮਾਪਦੰਡ ਨੇ ਬੜੇ ਕਲੀਅਰਲੀ। ਇਸ ਕੇਸ ਦੇ ਵਿੱਚ ਪਾਰਟੀਕੂਲਰਲੀ ਤਾਂ ਇਹ ਕਹਿਣਾ ਔਖਾ ਕਿ ਕੀ ਕਾਰਵਾਈ ਬਣਦੀ ਹੈ, ਪਰ ਇੱਕ ਸੁਭਾਵਿਕ ਤੌਰ 'ਤੇ ਅਸੀਂ ਇਸ ਗੱਲ ਦੀ ਤਵੱਕੋ ਕਰਦੇ ਹਾਂ ਕਿ ਸਿੱਧੂ ਮੂਸੇਵਾਲਾ ਆਪਣੀ ਗਲਤੀ ਸਵੀਕਾਰ ਕਰੇ, ਆਪਣੇ ਸ਼ਬਦ ਵਾਪਸ ਲਵੇ, ਔਰ ਭਰੋਸਾ ਦੇਵੇ ਕਿ ਅਗਾਂਹ ਇੱਦਾਂ ਨਹੀਂ ਕਰੂਗਾ। ਕਿਉਂਕਿ ਇਹ ਜਿਹਾ ਕੁਝ ਪਹਿਲਾਂ ਵੀ ਹੋ ਚੁੱਕਿਆ ਹੈਗਾ ਆ, ਮਾਫੀਆਂ ਉਹਨਾਂ ਤੋਂ ਮੰਗੀਆਂ ਗਈਆਂ ਨੇ, ਪਹਿਲਾਂ ਵੀ ਉਹਨਾਂ ਦੇ ਵੱਲੋਂ ਗਲਤੀਆਂ ਕੀਤੀਆਂ ਗਈਆਂ ਨੇ, ਬਹੁਤ ਚੀਜ਼ਾਂ ਹੋਈਆਂ ਨੇ, ਬਹੁਤ ਚੀਜ਼ਾਂ ਸਾਹਮਣੇ ਆਈਆਂ ਨੇ। ਪਿਛਲੇ ਉਹਨਾਂ ਦੇ ਗਾਣਿਆਂ ਦੇ ਵਿੱਚੋਂ ਕਈ ਲਾਈਨਾਂ ਹਟਾਈਆਂ ਗਈਆਂ ਸੀਗੀਆਂ, ਉਹ ਹਟਾ ਦਿੱਤੀਆਂ ਗਈਆਂ ਤੇ ਬਾਅਦ ਵਿੱਚ ਮਾਫੀ ਮੰਗ ਲਈ ਗਈ। ਕੀ ਇਹ ਚੀਜ਼, ਮਾਫੀ ਇੱਕ ਹੱਲ ਹੋ ਸਕਦਾ ਹੈ ਇੱਦਾਂ ਦੀਆਂ ਚੀਜ਼ਾਂ ਨੂੰ ਲੈ ਕੇ, ਜਦੋਂ ਇੱਦਾਂ ਦਾ ਕੁਝ ਸਾਹਮਣੇ ਆਉਂਦਾ? ਤਾਂ ਦੇਖੋ, ਮਾਫੀ ਇਕੱਲੀ ਨਾਲ ਗੱਲ ਨਹੀਂ ਬਣਦੀ। ਮਾਫੀ ਮੰਗਣਾ ਇੱਕ ਸਟੈਪ ਹੈ ਕਿ ਉਹਦੇ ਵਿੱਚ ਵੀ ਇਮਾਨਦਾਰੀ ਹੋਣੀ ਚਾਹੀਦੀ ਕਿ ਵਾਕਈ ਅਹਿਸਾਸ ਹੈ ਜਾਂ ਨਹੀਂ ਹੈ। ਕਈ ਵਾਰੀ ਤਾਂ ਅਸੀਂ ਵੈਸੇ ਕਹਿ ਦਿੰਦੇ ਹਾਂ ਕਿ ਠੀਕ ਹੈ, ਕਿ ਤੁਹਾਡਾ ਦਿਲ ਦੁਖੀ ਹੋਇਆ, ਮਾਫੀ ਮੰਗ ਲੈਣਾ। ਖਹਿੜਾ ਛੁਡਾਉਣ ਲਈ ਲੋਕੀ ਮਾਫੀ ਮੰਗ ਲੈਂਦੇ ਨੇ। ਰਣਜੀਤ ਬਾਵੇ ਨੂੰ ਤਾਂ ਮਤਲਬ ਜਿਸ ਤਰੀਕੇ ਦਾ ਮਾਹੌਲ ਪੈਦਾ ਕੀਤਾ ਗਿਆ, ਮਾਫੀ ਮੰਗਣ ਲਈ ਮਜਬੂਰ ਕੀਤਾ ਗਿਆ, ਹਾਲਾਂਕਿ ਉਸਨੇ ਗਲਤ ਗੱਲ ਵੀ ਨਹੀਂ ਸੀ ਕਹੀ। ਇੱਥੇ ਤਾਂ ਇੱਕ ਵਿਅਕਤੀ ਬਾਰ-ਬਾਰ ਗਲਤੀਆਂ ਕਰ ਰਿਹਾ ਤੇ ਲੋਕਾਂ ਦਾ ਮੂੰਹ ਪੂੰਝਣ ਲਈ ਮਾਫੀ ਮੰਗ ਲੈਂਦਾ। ਮਾਫੀ ਦੇ ਨਾਲ ਨਾਲ ਅਹਿਸਾਸ ਵੀ ਜ਼ਰੂਰੀ ਹੈ ਜੀ, ਔਰ ਅਹਿਸਾਸ ਤੋਂ ਬਾਅਦ ਅਗਲੀ ਸਟੇਜ ਹੁੰਦੀ ਹੈ ਕਿ ਦੁਬਾਰਾ ਉਹ ਦੁਹਰਾਓ ਨਾ ਹੋਵੇ। ਇਸ ਕੇਸ 'ਚ ਤਾਂ ਅਹਿਸਾਸ ਵੀ ਹੈ ਨਹੀਂਗਾ ਤੇ ਦੁਹਰਾਓ ਕਿੰਨੀ ਵਾਰੀ ਹੋ ਚੁੱਕਿਆ। ਸੋ ਮੈਨੂੰ ਲੱਗਦਾ ਕਿ ਉਹ ਮਾਫੀ ਨਾਲ ਵੀ ਗੱਲ ਨਹੀਂ ਨਿਬੜਨੀ। ਉਸ ਨੂੰ ਮੂਸੇਵਾਲੇ ਨੂੰ ਸੋਚਣਾ ਪੈਣਾ ਕਿ ਮੈਂ ਕਿੱਥੇ ਗਲਤ ਹਾਂ, ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਅਗਾਂਹ ਸੁਧਾਰ ਕਰੇ, ਗਾਇਕੀ ਦਾ ਜਿਹੜਾ ਮਿਆਰ ਉਹ ਵੀ ਉੱਚਾ ਚੁੱਕੇ ਤੇ ਆਪਣੀ ਗਲਤੀ ਦਾ ਇਮਾਨਦਾਰੀ ਨਾਲ ਅਹਿਸਾਸ ਕਰੇ। ਉਹ ਬਹੁਤ ਜ਼ਰੂਰੀ ਹੈ। ਆਪਣੀ ਜੋ ਕਲਾ ਹੈ ਉਹਨੂੰ ਸਹੀ ਤਰੀਕੇ ਦੇ ਨਾਲ ਵਰਤਣਾ ਚਾਹੀਦਾ ਹੈ। ਕੁੱਲ ਮਿਲਾ ਕੇ ਇਦਾਂ ਕਹਿਣਾ ਚਾਹੀਦਾ, ਜੇ ਤੁਹਾਡੇ ਕੋਲ ਕਲਾ ਹੈਗੀ ਹੈ ਤਾਂ ਉਹਨੂੰ ਸਮਾਜ ਨੂੰ ਸੁਧਾਰਨ ਦੇ ਵਿੱਚ ਵੀ ਅਸੀਂ ਲਗਾ ਸਕਦੇ ਹਾਂ, ਸਹੀ ਕੰਮਾਂ ਦੇ ਵਿੱਚ ਵੀ ਲਗਾ ਸਕਦੇ ਹਾਂ। ਐਜ਼ ਅ ਪੱਤਰਕਾਰ ਹੋਣ ਦੇ ਨਾਤੇ ਅਜਿਹੀਆਂ ਚੀਜ਼ਾਂ ਦੇ ਵਿੱਚ ਸਾਡੀ ਰਿਸਪੌਂਸਿਬਿਲਿਟੀ ਕੀ ਬਣਦੀ ਹੈ? ਤੁਸੀਂ ਕੀ ਮੰਨਦੇ ਹੋ ਕਿ ਇੱਕ ਪੱਤਰਕਾਰ ਦੀ ਕੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ? ਪਹਿਲੀ ਗੱਲ ਤਾਂ ਕਿ ਪੱਤਰਕਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਕਿ ਹਮੇਸ਼ਾ ਲੋਕਾਂ ਨਾਲ ਖੜੇ, ਨਾ ਕਿ ਜੋਕਾਂ ਦੇ ਨਾਲ। ਸੋ ਸਿੱਧੂ ਮੂਸੇਵਾਲਾ ਜੇ ਗਾਇਕੀ ਦੇ ਖੇਤਰ 'ਚ ਵੀ ਇਹ ਵੀ ਰੁਝਾਨ ਵੇਖੀ ਕਿ ਕਲਾ ਵੀ ਲੋਕਾਂ ਲਈ ਹੋਣੀ ਚਾਹੀਦੀ, ਨਾ ਕਿ ਜੋਕਾਂ ਲਈ। ਸਿੱਧੂ ਮੂਸੇਵਾਲਾ ਦੀ ਸਾਰੀ ਗਾਇਕੀ ਜਿਹੜੀ ਹੈ ਉਹਨਾਂ ਲੋਕਾਂ ਲਈ ਹੈ
ਜਿਹਨਾਂ ਨੂੰ ਅਸੀਂ ਜੋਕਾਂ ਵੀ ਕਹਿ ਸਕਦੇ ਹਾਂ, ਜਿਹੜੇ ਜੋਕਾਂ ਬਣ ਕੇ ਸਮਾਜ ਦਾ ਸਾਰਾ ਸਰਮਾਇਆ ਲੁੱਟ ਰਹੇ ਨੇ, ਜਿਹੜੇ ਲੋਕ ਚੋਰ ਚੱਕੇ ਕਿਸਮ ਦੇ ਐਲੀਮੈਂਟ ਨੇ ਜਿਹੜੇ, ਉਹਨਾਂ ਦੇ ਹੱਕ 'ਚ ਭੁਗਤ ਰਹੀ ਉਸ ਦੀ ਗਾਇਕੀ। ਦੂਜੇ ਪਾਸੇ ਜਿਹੜੀ ਸੁਥਰੀ ਗਾਇਕੀ ਹੈ, ਜਿਹੜੀ ਲੋਕਾਂ ਦੇ ਹੱਕ 'ਚ ਭੁਗਤਦੀ ਆ, ਉਸ ਦੀ ਸੰਗੀ ਨੱਪੀ ਜਾ ਰਹੀ ਹੈ। ਇਹ ਦੁਖਾਂਤ ਆ। ਉਹੀ ਗੱਲ ਪੱਤਰਕਾਰਾਂ ਦੇ ਵੀ ਲਾਗੂ ਹੁੰਦੀ। ਪੱਤਰਕਾਰਾਂ ਵਿੱਚ ਵੀ ਇਸ ਟਾਈਮ ਦੋ ਕੈਟਾਗਰੀਆਂ ਨੇ ਬੜੀਆਂ ਕਲੀਅਰ। ਇੱਕ ਉਹ ਜਿਹੜੀਆਂ ਸਥਾਪਿਤ ਹੱਕ 'ਚ ਭੁਗਤ ਰਹੀਆਂ, ਜੋਕਾਂ ਦੇ ਨਾਲ ਖੜੀਆਂ, ਇੱਕ ਉਹ ਜਿਹੜੇ ਲੋਕਾਂ ਨਾਲ ਖੜੇ, ਜਿਹੜੇ ਜਿਨ੍ਹਾਂ ਨਾਲ ਅਨਿਆਂ ਹੋ ਰਿਹਾ। ਸੋ ਇਹ ਔਖੇ ਸਮੇਂ ਚੱਲ ਰਹੇ ਆ। ਪੱਤਰਕਾਰਾਂ ਨੂੰ ਹੁਣ ਚਾਹੀਦਾ ਕਿ ਘੱਟੋ ਘੱਟ ਆਪਣੇ ਜਿਹੜੇ ਸਹਿ ਕਰਮੀ ਨੇ ਇਸ ਫੀਲਡ ਦੇ ਵਿੱਚ, ਉਹਨਾਂ ਦੇ ਹੱਕਾਂ ਲਈ ਖੜੇ ਹੋਣ। ਗੁਰਪ੍ਰੀਤ ਜੀ, ਆਪਾਂ ਪੱਤਰਕਾਰਾਂ ਦੀ ਵੀ ਗੱਲ ਕੀਤੀ ਹੈ, ਗਾਇਕਾਂ ਦੀ ਵੀ ਗੱਲ ਕੀਤੀ ਹੈ। ਸੋ ਅਸੀਂ ਇੱਕ ਇੰਡੀਵਿਜੂਅਲ ਹੋਣ ਦੇ ਨਾਤੇ ਗੱਲ ਕਰਦੇ ਹਾਂ, ਹੁਣ ਇੱਕ ਇਨਸਾਨ ਹੋਣ ਦੇ ਨਾਤੇ ਗੱਲ ਕਰਦੇ ਹਾਂ। ਚਾਹੇ ਮੈਂ ਵੀ ਹਾਂ ਉਹਨਾਂ ਦੇ ਵਿੱਚੋਂ, ਚਾਹੇ ਅਸੀਂ ਹੁਣ ਸਿੱਧੂ ਮੂਸੇਵਾਲੇ ਦੀ ਗੱਲ ਤਾਂ ਕਰ ਰਹੇ ਹਾਂ, ਪਰ ਗਾਣੇ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਚੱਲਦੇ ਨੇ। ਜਦੋਂ ਅਸੀਂ ਪਾਰਟੀਆਂ ਦੇ ਵਿੱਚ ਜਾਂਦੇ ਹਾਂ ਉਦੋਂ ਚੱਲਦੇ ਨੇ। ਚਾਹੇ ਉਹਨਾਂ ਦਾ ਅਸੀਂ ਕਹਿ ਲਈਏ ਕਿ ਮਿਊਜ਼ਿਕ ਕਰਕੇ ਚੱਲਦੇ ਨੇ, ਕਿ ਉਹਨਾਂ ਦਾ ਮਿਊਜ਼ਿਕ ਇੰਨਾ ਵਧੀਆ ਹੁੰਦਾ ਕਿ ਅਸੀਂ ਪਾਰਟੀ ਦੇ ਵਿੱਚ ਨੱਚ ਸਕਦੇ ਹਾਂ। ਬੋਲ ਚਾਹੇ ਉਹਨਾਂ ਦੇ ਨਹੀਂ ਵਧੀਆ ਹੁੰਦੇ, ਪਰ ਅਸੀਂ ਕਈ ਵਾਰੀ ਬੋਲਾਂ ਨੂੰ ਵੀ ਇਗਨੋਰ ਕਰ ਜਾਂਦੇ ਹੈਗੇ ਆ। ਸੋ ਇੰਡੀਵਿਜੂਅਲ ਤੌਰ 'ਤੇ ਇਹਨਾਂ ਗਾਣੇ ਜਦੋਂ ਸਾਡੇ ਸਾਹਮਣੇ ਆਉਂਦੇ ਨੇ, ਰਿਲੀਜ਼ ਹੁੰਦੇ ਨੇ, ਸਾਡੀ ਕੀ ਜ਼ਿੰਮੇਵਾਰੀ ਹੋ ਸਕਦੀ ਹੈ ਕਿ ਅਸੀਂ ਇਹਨਾਂ ਨੂੰ ਸਮਾਜ ਦੇ ਵਿੱਚ ਜਾਂ ਫੈਲਣ ਤੋਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚਾ ਕੇ ਰੱਖੀਏ? ਦੇਖੋ, ਪਹਿਲੀ ਗੱਲ ਤਾਂ ਹੈ ਕਿ ਸਾਨੂੰ ਆਪ ਨੂੰ ਇਸ ਦੇ ਬਾਰੇ ਥੋੜ੍ਹਾ ਜਿਹਾ ਸੈਂਸਿਟਿਵ ਹੋਣਾ ਪਊਗਾ। ਕਈ ਗਾਣੇ ਇਸ ਕਿਸਮ ਦੇ ਆਉਂਦੇ ਨੇ ਜਿਸ ਵਿੱਚ ਜ਼ਾਤ ਪਾਤ ਦਾ ਬੜਾ ਬੋਲਬਾਲਾ ਹੁੰਦਾ, ਔਰਤਾਂ ਦਾ ਨਿਰਾਦਰ ਕੀਤਾ ਜਾ ਰਿਹਾ, ਸਿਆਹ ਨਸਲ ਦੇ ਲੋਕਾਂ ਦਾ ਮਜ਼ਾਕ ਉਡਾਇਆ ਜਾ ਰਿਹਾ। ਇਸ ਤਰ੍ਹਾਂ ਦੀ ਫਿਲਮਾਂ ਵੀ ਆਉਂਦੀਆਂ ਨੇ ਜਿਸ ਵਿੱਚ ਮਤਲਬ ਇਹਨੂੰ ਬੜੇ ਹੋਛੇਪਣ ਦੇ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ। ਉੱਥੇ ਸਾਡੀ ਜ਼ਿੰਮੇਵਾਰੀ ਬਣਦੀ ਕਿ ਪਹਿਲਾਂ ਤਾਂ ਅਸੀਂ ਇਹਨੂੰ ਆਪਣੇ ਘਰਾਂ ਵਿੱਚ ਜਿਹੜਾ ਹੈ ਸੁਣਨ ਤੋਂ ਜਿਹੜਾ ਗੁਰੇਜ਼ ਕਰੀਏ, ਔਰ ਪਾਰਟੀਆਂ ਵਿੱਚ ਵੀ ਚੱਲਦੇ ਹਾਂ ਸਾਨੂੰ ਇਤਰਾਜ਼ ਕਰਨਾ ਚਾਹੀਦਾ। ਰੇਡੀਓ 'ਤੇ ਸੁਣੀਏ ਤਾਂ ਵੀ ਇਤਰਾਜ਼ ਕਰੀਏ। ਪਰ ਹੋ ਕੀ ਹੈ ਕਿ ਸਾਡੀ ਸੰਵੇਦਨਾ ਕਿੱਥੇ ਗਵਾਚ ਗਈ ਹੈ। ਅਸੀਂ ਇਸ ਗੱਲ ਨੂੰ ਬੜਾ ਆਮ ਜਿਹਾ ਵਰਤਾਰਾ ਸਮਝ ਕੇ ਇਸ ਨੂੰ ਇਗਨੋਰ ਕਰੀ ਜਾ ਰਹੇ ਹਾਂ। ਕਈ ਵਾਰੀ ਇਸ ਦਾ ਲੁਤਫ ਲੈਣ ਲੱਗ ਪੈਂਦੇ। ਉੱਥੇ ਜਾ ਕੇ ਸਾਡੀ ਆਪਣੀ ਜਿਹੜੀ ਸੰਵੇਦਨਾ ਉਸ ਨੂੰ ਝੰਜੋੜਨਾ ਬਹੁਤ ਲਾਜ਼ਮੀ ਹੈ, ਤਾਂ ਜਾ ਕੇ ਇਸ ਦੀ ਰੋਕਥਾਮ ਹੋਏਗੀ। ਅਸੀਂ ਇਹ ਨਹੀਂ ਕਹਿ ਸਕਦੇ ਕਿ ਆਹ ਗਾਇਕ ਜਿਹੜਾ ਗੰਦੀ ਗਾਇਕੀ ਕਰਦਾ, ਇਹ ਜਾਊਗਾ ਦੂਜਾ ਆ ਜਾਊਗਾ, ਦੂਜੇ ਨੂੰ ਹਟਾਉਂਗੇ ਤੀਜਾ ਆ ਜਾਊਗਾ, ਕਿਉਂਕਿ ਸਿਲਸਿਲਾ ਚੱਲਦਾ ਆ ਰਿਹਾ। ਮੈਂ ਤੁਹਾਨੂੰ ਮਿਸਾਲ ਦੇਣੀ ਚਾਹੁੰਦਾ ਕਿ ਸਾਨੂੰ ਕਈ ਵਾਰੀ ਸ਼ਿਕਾਇਤਾਂ ਆਈਆਂ ਕਿ ਤੁਹਾਡੇ ਜਿਹੜੇ ਇੱਥੇ ਗੀਤ ਜਿਹੜੇ ਚੱਲਦੇ ਰੇਡੀਓ 'ਤੇ, ਉਸ ਵਿੱਚ ਖਾਸ ਕਿਸਮ ਦੇ ਭਾਈਚਾਰੇ ਦੇ ਹੱਕ 'ਚ ਜ਼ਿਆਦਾ ਗੱਲ ਹੁੰਦੀ, ਬਾਕੀਆਂ ਨੂੰ ਦੇ ਬਾਰੇ ਤਿਰਸਕਾਰ ਵਾਲੀ ਭਾਵਨਾ ਨਜ਼ਰ ਆਉਂਦੀ ਹੈ, ਅਤੇ ਗੀਤ ਹਟਾਓ। ਅਸੀਂ ਇੱਕ ਹਟਾਇਆ, ਦੂਜਾ ਹਟਾਇਆ, ਤੀਜਾ ਹਟਾਇਆ, ਫਿਰ ਕਿੰਨੇ ਹਟਾਵਾਂਗੇ? ਕਿਉਂਕਿ ਪਿੱਛੋਂ ਥੋਕ 'ਚ ਬਣ ਕੇ ਇੱਦਾਂ ਦੇ ਆ ਰਹੇ ਆ। ਅਗਾਂਹ ਲੋਕ ਵੀ ਸੁਣ ਰਹੇ ਨੇ, ਸਵਾਦ ਲੈ ਰਹੇ ਉਸ ਚੀਜ਼ ਦਾ। ਔਰ ਜਿਵੇਂ ਕਿ ਕਈ ਵਾਰੀ ਇਤਰਾਜ਼ ਉੱਠਦੇ ਕਿ ਦਲਿਤ ਭਾਈਚਾਰੇ ਵਿੱਚੋਂ ਲੋਕ ਕਹਿੰਦੇ ਕਿ ਜੀ ਜੱਟਵਾਦ ਗੀਤਾਂ 'ਚ ਭਰੂਗਾ। ਕਈ ਵਾਰੀ ਜਿਹੜੇ ਦਲਿਤ ਗਾਇਕ ਨੇ ਖੁਦ ਜੱਟਵਾਦ ਨੂੰ ਉਹਨਾਂ ਗੀਤਾਂ ਰਾਹੀਂ ਪ੍ਰਮੋਟ ਕਰ ਰਹੇ, ਨਾ ਜਾਣਦੇ ਨਾ ਸਮਝਦੇ ਹੋਏ ਵੀ। ਸੋ ਇਹ ਜਿਹੜਾ ਢਾਂਚਾਗਤ ਸਮੱਸਿਆ ਬਣੀ ਨਾ, ਇਸ ਦੇ ਲਈ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ। ਇਕੱਲਾ ਇਹ ਨਹੀਂ ਕਿ ਤੁਸੀਂ ਇੱਕ ਗਾਇਕ ਨੂੰ ਜਾ ਕੇ ਉਹਦੀ ਗੀਚੀ ਫੜ ਲਓ ਅਤੇ ਉਹਦਾ ਮਸਲਾ ਹੱਲ ਹੋ ਜਾਊਗਾ। ਇੱਕ ਨਵਾਂ ਗਾਇਕ ਆ ਜਾਊਗਾ, ਲਿਖਣ ਵਾਲੇ ਵੀ ਉਹੋ ਜਿਹੇ ਨੇ, ਜਿਹੜੇ ਪ੍ਰਮੋਟਰ ਉਹੋ ਜਿਹੇ, ਸਮਾਜ ਵੀ ਉਹੋ ਜਿਹਾ। ਸਮਾਜ ਦਾ ਆਈਨਾ ਨੇ, ਸਮਾਜ ਵਿੱਚ ਸੁਧਾਰ ਦੀ ਲੋੜ ਹੈ। ਇਸ ਕਰਕੇ ਤੁਹਾਡਾ ਸਵਾਲ ਬੜਾ ਵਾਜਬ ਹੈ ਕਿ ਇੰਡੀਵਿਜੂਅਲੀ ਸਾਡੀ ਵੀ ਰਿਸਪੌਂਸਿਬਿਲਿਟੀ ਬਣਦੀ ਹੈ। ਅਸੀਂ ਮੈਨੂੰ ਲੱਗਦਾ ਬਹੁਤ ਅੱਗੇ ਲੰਘ ਚੁੱਕੇ ਹੈਗੇ ਆ ਸੁਧਾਰ ਕਰਨ ਦੇ, ਤੇ ਹੁਣ ਸਾਨੂੰ ਸਾਰਿਆਂ ਨੂੰ ਹੀ ਸੋਚਣਾ ਪੈਣਾ ਹੈਗਾ। ਇਹ ਨਹੀਂ ਕਿ ਅਸੀਂ ਜਿਵੇਂ ਤੁਸੀਂ ਕਿਹਾ ਕਿ ਇੱਕ ਜਾਣੇ ਨੂੰ ਸੋਚਣਾ ਪੈਣਾ ਆ, ਕਿਉਂਕਿ ਉਹ ਚੀਜ਼ਾਂ ਹੁਣ ਬਹੁਤ ਪਿੱਛੇ ਰਹਿ ਗਈਆਂ ਨੇ। ਜਦੋਂ ਅਸੀਂ ਸੁਰਿੰਦਰ ਕੌਰ ਜੀ ਦੇ ਗਾਣੇ ਸੁਣਦੇ ਹੁੰਦੇ ਸੀ ਤੇ ਉਹ ਗਾਣੇ ਹੀ ਸਾਨੂੰ ਬਹੁਤ ਵਧੀਆ ਲੱਗਦੇ ਹੁੰਦੇ ਸੀ, ਤੇ ਹੁਣ ਬਹੁਤ ਟਾਈਮ ਵੀ ਲੰਘ ਗਿਆ, ਜਨਰੇਸ਼ਨ ਗੈਪ ਵੀ ਆ ਗਿਆ। ਹੁਣ ਅਸੀਂ ਬੱਚਿਆਂ ਨੂੰ ਉਸ ਤਰੀਕੇ ਦੇ ਨਾਲ ਨਹੀਂ ਸਮਝਾ ਸਕਦੇ ਜਿਸ ਸਮੇਂ ਨਾਲ ਅਸੀਂ ਵੱਡੇ ਹੋਏ ਹੈਗੇ ਆ। ਸੋ ਹੁਣ ਬੱਚਿਆਂ ਨੂੰ ਵੀ ਸਮਝਾਉਣ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਹੈਗਾ। ਯੂਥ ਜਿਹੜਾ ਹੈਗਾ, ਜਿਹੜਾ ਸਾਡਾ ਫਿਊਚਰ ਹੈਗਾ ਆ, ਉਹਨੂੰ ਵੀ ਸਾਨੂੰ ਕਿਸੇ ਤਰੀਕੇ ਦੇ ਨਾਲ ਸਮਝਾਉਣਾ ਪੈਣਾ ਹੈਗਾ। ਇਹ ਨਹੀਂ ਕਿ ਅਸੀਂ ਇੱਕੋਦਮ ਉਹਨਾਂ ਨੂੰ ਜਾ ਕੇ ਕਹਾਂਗੇ ਕਿ ਇਹ ਗਲਤ ਹੈ, ਇਹ ਸਹੀ ਹੈ, ਤੁਸੀਂ ਇਹਨੂੰ ਬੰਦ ਕਰ ਦਿਓ ਅੱਜ ਤੋਂ ਬੰਦ। ਸੋ ਇਹ ਵੀ ਨਹੀਂ ਕਰ ਸਕਦੇ। ਸੋ ਇਹ ਚੀਜ਼ਾਂ ਟਾਈਮ ਜਿਹੜਾ ਲੈਣਗੀਆਂ। ਪਰ ਹੁਣ ਜੋ ਅੱਜ ਦਾ ਵਿਵਾਦ ਖੜਾ ਹੋਇਆ ਹੈਗਾ ਆ, ਉਹ ਹੁਣ ਕਿੱਥੋਂ ਤੱਕ ਜਾਂਦਾ ਹੈ, ਇਹਦਾ ਕੀ ਮੋੜ ਆਉਂਦਾ ਹੈ, ਇਹ ਵੀ ਸਾਨੂੰ ਆਉਣ ਵਾਲਾ ਸਮਾਂ ਦੱਸੇਗਾ। ਜਾਂਦੇ ਜਾਂਦੇ ਗੁਰਪ੍ਰੀਤ ਜੀ ਕੀ ਕਹਿਣਾ ਚਾਹੁੰਦੇ ਹੈਗੇ ਆ ਵਿਊਅਰਸ ਨੂੰ, ਆਡੀਅנס ਨੂੰ? ਜਾਂਦੇ ਤਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਕੱਲੀ ਮਸਲਾ ਗਾਇਕੀ ਦਾ ਨਹੀਂਗਾ, ਇਸ ਨੂੰ ਥੋੜ੍ਹਾ ਜਿਹਾ ਵਿਸ਼ਾਲ ਕੇ ਵੇਖੋ ਕਿ ਸਮੱਸਿਆ ਪੂਰੇ ਸਮਾਜ 'ਚ ਕਿੱਦਾਂ ਦੀ ਆਈ ਹੋਈ ਹੈ। ਇਸ ਵੇਲੇ ਸਾਡੇ ਕੋਲ ਇਹੋ ਜਿਹੇ ਲੀਡਰ ਨੇ ਦੁਨੀਆ ਭਰ ਦੇ ਵਿੱਚ, ਜਿਹੜੇ ਤੁਹਾਡੇ ਬੇਸਿਸਟ ਇਮੋਸ਼ਨ, ਜਿਹਨੂੰ ਅਸੀਂ ਕਹਿੰਦੇ ਗੁੱਸਾ ਜਾਂ ਰੋਹ, ਉਹਦੇ ਨਾਲ ਖਿਲਵਾੜ ਕਰਦੇ। ਹੁਣ ਜਿਵੇਂ ਕੋਵਿਡ-19 ਦੀ ਕਰੋਪੀ ਆਈ ਹੋਈ ਹੈ। ਜਦੋਂ ਕਰੋਪੀ ਆਉਂਦੀ, ਹਰ ਇੱਕ ਨੂੰ ਫਿਕਰ ਹੁੰਦਾ ਕਿ ਪਹਿਲਾਂ ਮੈਂ ਆਪਣਾ ਬਚਾਓ ਕਰਾਂ। ਆਪਣੇ ਬਚਾਓ ਦੇ ਲਈ ਦੂਜੇ ਦੇ ਹੱਕਾਂ ਦੀ ਤਲਾਸ਼ੀ ਵੀ ਦੇਣ ਲਈ ਤਿਆਰ ਆ। ਸੋ ਕਿਸੇ ਨਾ ਕਿਸੇ ਭਾਈਚਾਰੇ ਨੂੰ ਪਿਕ ਕਰਕੇ ਉਸ ਦਾ ਸਿਰ ਭਾਂਡਾ ਭੰਨਿਆ ਜਾਂਦਾ। ਕਦੇ ਇੱਥੇ ਚਾਈਨੀਜ਼ ਕਮਿਊਨਿਟੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਭਾਰਤ 'ਚ ਮੁਸਲਿਮ ਕਮਿਊਨਿਟੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਸੋ ਮੈਂ ਕਹਿਣਾ ਚਾਹ ਰਿਹਾ ਕਿ ਗਾਇਕੀ ਦੇ ਵਿੱਚ ਵੀ ਇਹ ਰੁਝਾਨ ਅਸੀਂ ਵੇਖ ਰਹੇ ਹਾਂ ਕਿ ਤੁਸੀਂ ਇਸ ਕਿਸਮ ਦੀ ਗਾਇਕੀ ਕਰਦੇ ਹੋ ਕਿ ਜਿਹਦੇ ਨਾਲ ਪੋਪੂਲਿਜ਼ਮ ਨੂੰ ਹਵਾ ਮਿਲਦੀ ਹੈ। ਇੱਕ ਚੰਗੇ ਗਾਇਕ ਵੀ ਨੇ, ਇਹ ਤਾਂ ਹੈ ਨਹੀਂ ਕਿ ਬਹੁਤ ਚੰਗੇ ਸਿੰਗਰ ਨੇ, ਮੈਂ ਸੁਣਦਾ ਉਹਨਾਂ ਨੂੰ ਬੜੇ ਸ਼ੌਕ ਨਾਲ। ਪਰ ਅਫਸੋਸ ਹੈ ਕਿ ਉਹਨਾਂ ਦੀ ਗੱਲ ਘੱਟ ਹੁੰਦੀ ਅਤੇ ਇਹੋ ਜਿਹੇ ਲੋਕਾਂ ਦੀ ਜ਼ਿਆਦਾ ਹੁੰਦੀ ਹੈ। ਸੋ ਕਿਧਰੇ ਨਾ ਕਿਧਰੇ ਸਮਾਜ ਵਿੱਚ ਜਿਹੜੀਆਂ ਉਹ ਉਸ ਤਰ੍ਹਾਂ ਦੀ ਰੁਚੀਆਂ ਨੇ, ਉਹਨਾਂ ਨੂੰ ਹਵਾ ਦੇਣ ਵਾਲੇ ਗਾਇਕ ਨੇ। ਸੋ ਇਹ ਸਮੱਸਿਆ ਦੀ ਜੜ ਆ। ਬਿਲਕੁਲ ਗੁਰਪ੍ਰੀਤ ਜੀ, ਧੰਨਵਾਦ ਤੁਹਾਡਾ ਸਾਨੂੰ ਟਾਈਮ ਦੇਣ ਦੇ ਲਈ ਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਸ਼ੁਕਰੀਆ ਤੁਹਾਡਾ ਮੰਚ ਮੁਹੱਈਆ ਕਰਨ ਵਾਸਤੇ, ਮਿਹਰਬਾਨੀ। ਥੈਂਕ ਯੂ ਜੀ। ਸੋ ਅੱਜ ਗੱਲਬਾਤ ਹੋਈ ਪ੍ਰੋਫੈਸਰ ਗੁਰਵਿੰਦਰ ਸਿੰਘ ਧਾਲੀਵਾਲ ਜੀ ਦੇ ਨਾਲ ਤੇ ਨਾਲ ਗੁਰਪ੍ਰੀਤ ਸਿੰਘ ਜੀ ਦੇ ਨਾਲ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਜੋ ਹੁਣ ਵਿਵਾਦ ਖੜਾ ਹੋਇਆ ਉਹਦੇ ਬਾਰੇ ਇਹਨਾਂ ਦੇ ਕੀ ਬਿਆਨ ਨੇ। ਕਿਸੇ ਵੀ ਸਿੰਗਰ ਦੇ ਬਾਰੇ ਅਸੀਂ ਉਲਟ ਨਹੀਂ ਹੈਗੇ ਕਿ
ਗਲਤ ਹੈ ਜਾਂ ਸਹੀ ਹੈ। ਅਸੀਂ ਸਿਰਫ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ ਸ਼ਬਦਾਵਲੀ ਵਰਤੀ ਗਈ ਆ ਉਹ ਗਲਤ ਹੈ, ਉਹ ਨਿੰਦਣਯੋਗ ਹੈ, ਉਹਦੇ ਹਮੇਸ਼ਾ ਸਾਨੂੰ ਸੱਚ ਦੇ ਨਾਲ ਖੜੇ ਹੋਣਾ ਪੈਣਾ ਹੈਗਾ ਹੈ। ਸੋ ਜੇ ਅਸੀਂ ਬਦਲਾਅ ਚਾਹੁੰਦੇ ਹਾਂ ਤਾਂ ਸਾਨੂੰ ਬਦਲਾਅ ਆਪਣੇ ਆਪ 'ਚ ਲਿਆਉਣਾ ਚਾਹੀਦਾ, ਚਾਹੇ ਉਹ ਮੈਂ ਆ, ਚਾਹੇ ਉਹ ਤੁਸੀਂ ਆ, ਚਾਹੇ ਕੋਈ ਵੀ ਆਲੇ ਦੁਆਲੇ ਸਾਡੇ ਰਹਿੰਦਾ ਹੈਗਾ ਹੈ। ਸੋ ਬਦਲਾਅ ਜ਼ਰੂਰੀ ਹੈਗਾ ਹੈ। ਸੋ ਦੇਖਦੇ ਹਾਂ ਕਿ ਹੁਣ ਕੀ ਮੋੜ ਆਉਂਦਾ ਹੈ ਇਸ ਸਿਚੁਏਸ਼ਨ ਦੇ ਵਿੱਚ, ਪਰ ਇਹ ਘਟਨਾ ਨਿੰਦਣਯੋਗ ਹੈਗੀ ਆ। ਹੋਰ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।